ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਸਾਡੇ ਆਨਲਾਈਨ ਪਲੇਟਫਾਰਮ ਦੇ ਉੱਤੇ ਸਵਾਗਤ ਹੈ। ਆਪਣੀ ਅੱਜ ਦੀ ਡਿਸਕਸ਼ਨ ਇਸ ਲੈਕਚਰ ਦੇ ਵਿੱਚ ਰਹਿਣੀ ਹੈ ਕਰੰਟ ਅਫੇਅਰਸ ਨੂੰ ਲੈ ਕੇ। ਫੈਬਰੂਅਰੀ ਦੇ ਕਰੰਟ ਅਫੇਅਰਸ ਆਪਾਂ ਕਵਰ ਕਰ ਰਹੇ ਸੀਗੇ, ਜਿਹਦੀਆਂ ਕੁਝ ਵੀਡੀਓਜ਼ ਆਲਰੇਡੀ ਚੈਨਲ ਦੇ ਉੱਤੇ ਅਪਲੋਡ ਹੋ ਚੁੱਕੀਆਂ ਨੇ ਤੇ ਤੁਹਾਡੇ ਚੋਂ ਬਹੁਤ ਸਾਰੇ ਸਟੂਡੈਂਟਸ ਨੇ ਉਹ ਵੀਡੀਓਜ਼ ਦੇਖੀਆਂ ਵੀ ਨੇ ਤੇ ਉਸੇ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਾਡੇ ਮਾਸਟਰ ਕਲਾਸਿਸ ਪਲੇਟਫਾਰਮ ਦੇ ਉੱਤੇ ਮਾਸਟਰ ਕੇਡਰ ETT ਟੈਟ ਨੂੰ ਲੈ ਕੇ ਕੋਰਸਿਸ ਆਲਰੇਡੀ ਅਪਲੋਡ ਕਰ ਦਿੱਤੇ ਗਏ ਨੇ। ਐਪ ਦੇ ਉੱਤੇ ਤੁਸੀਂ ਕੋਰਸਿਸ ਜੇ ਤੁਹਾਡੇ ਚੋਂ ਕੋਈ ਚਾਹਵੇ ਤਾਂ ਲੈ ਸਕਦਾ ਹੈ। ਇਸ ਤੋਂ ਇਲਾਵਾ ਮਾਸਟਰ ਕੇਡਰ ਦਾ SST ਦਾ ਕੋਰਸ SST ਨੂੰ ਲੈ ਕੇ ਨੇ, ਠੀਕ ਹੈ। ਮਾਸਟਰ ਕੇਡਰ ਸਿਰਫ SST ਦਾ ਹੈ। ਆਫਲਾਈਨ ਕੋਰਸ ਵੀ ਅਵੇਲੇਬਲ ਹੈ, ਜੇ ਤੁਹਾਡੇ ਚੋਂ ਕੋਈ ਸਟੂਡੈਂਟ ਇੰਟਰਸਟਡ ਹੋਵੇ ਤਾਂ ਡੈਮੋ ਕਲਾਸਿਸ ਅਟੈਂਡ ਕਰ ਸਕਦਾ ਹੈ। ਤੁਸੀਂ ਜਿਹੜੀ ਵੀ ਆਡੀਅנס ਦੇਖ ਰਹੀ ਹੈ ਆਪਣੇ ਕਿਸੇ ਸਾਥੀ ਨੂੰ, ਰਿਸ਼ਤੇਦਾਰ ਨੂੰ ਰეკਮੈਂਡ ਕਰ ਸਕਦੇ ਹੋ, ਅਗਰ ਤੁਹਾਨੂੰ ਸਾਡਾ ਟੀਚਿੰਗ ਦਾ ਵੇ ਚੰਗਾ ਲੱਗਦਾ ਤਾਂ। ਕੋਈ ਫੋਰਸਫੁਲੀ ਤਾਂ ਹੈ ਨਹੀਂ ਚੀਜ਼, ਠੀਕ ਹੈ। ਟੀਚਿੰਗ ਵੇ ਚੰਗਾ ਲੱਗਦਾ ਤਾਂ ਤੁਸੀਂ ਰეკਮੈਂਡ ਕਰ ਸਕਦੇ ਹੋ। ਇਹ ਨੰਬਰ ਹੈ 7087405454। ਇਸ ਨੰਬਰ ਦੇ ਉੱਤੇ ਤੁਸੀਂ ਇਹ ਕੋਰਸਿਸ ਦੇ ਲਈ 3 ਦੇ ਲਈ ਸੰਪਰਕ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਆ ਉਹ ਵੀ ਲੈ ਸਕਦੇ ਹੋ। ਇਹ ਤੋਂ ਇਲਾਵਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਸ ਕੋਰਸ ਨੂੰ ਲੈ ਕੇ ਜਿਹੜੀਆਂ ਵੀਡੀਓਜ਼ ਡੈਮੋ ਵੀਡੀਓਜ਼ ਆਨਲਾਈਨ ਲੈਕਚਰਸ ਲਈ ਆਲਰੇਡੀ ਪਈਆਂ ਨੇ, ਫ੍ਰੀ ਆਫ ਕਾਸਟ ਨੇ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਪ੍ਰੀਵੀਅਸ ਈਅਰ ਮਾਸਟਰ ਕੇਡਰ ਦੇ ਪੇਪਰ ਅਸੀਂ ਸ਼ੁਰੂ ਕੀਤੇ ਹੋਏ ਸੀ, ਉਹਦੇ ਰਿਲੇਟਡ ਵੀਡੀਓਜ਼ ਨੇ। ਤੁਸੀਂ ਉਹਨਾਂ ਨੂੰ ਦੇਖ ਕੇ ਸਾਡਾ ਲੈਵਲ ਜੱਜ ਕਰ ਸਕਦੇ ਹੋ ਤੇ ਇਹ ਜੱਜ ਕਰ ਸਕਦੇ ਹੋ ਅਸੀਂ ਕਿਸ ਲੈਵਲ ਦੀ ਤੁਹਾਨੂੰ ਤਿਆਰੀ ਕਰਵਾ ਸਕਦੇ ਹਾਂ ਤੁਹਾਡੇ ਇਹ ਪੇਪਰਸ ਦੇ ਲਈ। ਬਹੁਤੀਆਂ ਗੱਲਾਂ ਨਹੀਂ ਕਰਦਾ ਹੋਇਆ, ਹੁਣ ਮੈਂ ਸ਼ੁਰੂ ਕਰਦਾ ਆਪਣੀ ਅੱਜ ਦੀ ਵੀਡੀਓ ਨੂੰ। ਤੇ ਆਪਣਾ ਅੱਜ ਦਾ ਪਹਿਲਾ ਕੁਐਸਚਨ ਉੱਥੋਂ ਸ਼ੁਰੂ ਹੁੰਦੇ ਆ। ਕਹਿੰਦਾ Iker IC, former Turkish airline chairman, has been appointed as MD and CEO of which Indian airline? ਤੁਰਕੀ ਦੇ 에ਅਰਲਾਈਨਸ ਦਾ ਇੱਕ ਸਾਬਕਾ ਚੇਅਰਮੈਨ ਸੀ, ਉਹਦਾ ਨਾਮ ਹੈਗਾ ਇਲਕਰ IC। ਇਹਨੂੰ ਭਾਰਤ ਦੇ ਕਿਹੜੇ 에ਅਰਲਾਈਨ ਦਾ ਹੁਣੇ CEO ਤੇ MD ਮੈਨੇਜਿੰਗ ਡਾਇਰੈਕਟਰ ਤੇ CEO ਲਾਇਆ ਗਿਆ? ਇਹ ਸਵਾਲ ਹੈ। ਦੇਖੋ ਹੁਣੇ ਰੌਲਾ ਤਾਂ ਸਾਰਾ 에ਅਰ ਇੰਡੀਆ ਦਾ ਹੀ ਚੱਲ ਰਿਹਾ ਸੀ ਨਾ, ਤੇ 에ਅਰ ਇੰਡੀਆ ਡੁੱਬੀ ਹੋਈ ਸੀ ਤੇ 에ਅਰ ਇੰਡੀਆ ਨੂੰ ਟਾਟਾ ਨੇ ਇਹਦੇ ਕਾਫੀ ਸ਼ੇਅਰਸ ਖਰੀਦੇ ਨੇ, ਤਾਂ ਇਹ 에ਅਰ ਇੰਡੀਆ ਦਾ ਇਹਨਾਂ ਨੂੰ MD ਤੇ CEO ਲਾਇਆ ਗਿਆ। ਸਿੱਧਾ ਫੈਕਚੁਅਲ ਸਵਾਲ ਹੈ, ਕੁਝ ਬਾਹਲਾ ਦੱਸਣ ਕਰਨ ਵਾਲਾ ਇਹਦੇ 'ਚ ਹੈ ਨਹੀਂ, ਤਾਂ ਫੈਕਟ ਨੂੰ ਸਿੱਧਾ ਦਿਮਾਗ 'ਚ ਰੱਖ ਸਕਦੇ ਹੋ। ਅਗਲਾ ਕੁਐਸਚਨ, ਕਿਹੜੀ ਮਿਨਿਸਟਰੀ ਨੇ ਇੱਕ ਨਵਾਂ ਪ੍ਰੋਗਰਾਮ ਆਇਆ ਨਿਊ ਫਰੰਟੀਅਰਸ ਪ੍ਰੋਗਰਾਮ? ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ 75 ਸਾਲ ਸਾਨੂੰ ਪੂਰੇ ਹੋ ਜਾਣਗੇ ਉਹਦੇ ਤੌਰ ਤੇ ਆਜ਼ਾਦੀ ਕਾ ਮਹੋਤਸਵ ਮਨਾ ਰਿਹਾ ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ। ਉੱਥੇ ਇਹਨਾਂ ਨੇ ਉਸੇ ਪ੍ਰੋਗਰਾਮ ਦੇ ਤਹਿਤ ਹੀ ਪਾਰਟ ਦੇ ਤੌਰ ਤੇ ਨਿਊ ਫਰੰਟੀਅਰ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਤੁਸੀਂ ਦੱਸਣਾ ਕਿ ਕਿਹੜੀ ਮੰਤਰਾਲੇ ਦਾ ਪ੍ਰੋਗਰਾਮ ਹੈ ਇਹ? ਤਾਂ ਇਹ ਹੈਗਾ ਨਿਊ ਤੇ ਰੀਨਿਊਏਬਲ એનર્ਜੀ ਮੰਤਰਾਲੇ ਦਾ ਹੈ। ਕੀ ਇਹਨੂੰ ਵੀ ਦੇਖ ਲੈਂਦੇ ਆਪਾਂ। ਕਹਿੰਦਾ ਇਹਦੇ ਵਿੱਚ ਕੀ ਹੋਏਗਾ? brainstorming meeting हुई road to achieve non-zero carbon emissions by 2070। देखो किन्ना पोल्यूशन ਆਪਾਂ ਇੱਥੇ ਕਰਦੇ ਆ ਤਾਂ ਸਾਰੇ ਦੇਸ਼ ਹੁਣ ਇਸ ਕਮਿਟਮੈਂਟ ਵੱਲ ਚੱਲ ਪਏ ਨੇ ਕਿ ਅਸੀਂ ਨੌਨ ਜ਼ੀਰੋ ਐਮਿਸ਼ਨ ਕਰਾਂਗੇ, ਬਿਲਕੁਲ ਵੀ ਪੋਲਿਊਸ਼ਨ ਨਹੀਂ ਕਰਾਂਗੇ। ਇਹਦਾ ਮਤਲਬ ਇਹ ਹੋਇਆ? ਬਿਲਕੁਲ ਨਹੀਂ। ਇਹਦਾ ਮਤਲਬ ਇਹ ਹੋਇਆ ਨੌਨ ਜ਼ੀਰੋ ਐਮਿਸ਼ਨ ਦਾ ਮਤਲਬ ਕੀ ਹੈ? ਪਹਿਲਾਂ ਤਾਂ ਇਹ ਗੱਲ ਸਾਨੂੰ ਸਮਝਣੀ ਪਏਗੀ। ਤੁਹਾਡੇ ਤੋਂ ਇਹੀ ਪੁੱਛਿਆ ਜਾ ਸਕਦਾ ਕਿ ਭਾਰਤ ਨੇ ਹੁਣੇ ਨੌਨ ਜ਼ੀਰੋ ਐਮਿਸ਼ਨ ਵਾਸਤੇ ਟੀਚਾ ਰੱਖਿਆ, ਉਹ ਕੀ ਰੱਖਿਆ? ਤਾਂ 2070 ਤੱਕ ਅਸੀਂ ਨੌਨ ਜ਼ੀਰੋ ਐਮਿਸ਼ਨ ਵਾਲਾ ਦੇਸ਼ ਬਣ ਜਾਣਾ ਹੈ। ਫਿਰ ਦੂਜਾ ਸਵਾਲ ਇਹ ਵੀ ਪੁੱਛਿਆ ਜਾ ਸਕਦਾ ਕਿ ਕੀ 2070 ਤੋਂ ਬਾਅਦ ਭਾਰਤ ਐਮਿਸ਼ਨ ਕਰਨਾ ਹੀ ਬੰਦ ਕਰ ਦੂ, ਮਤਲਬ ਵੀ ਪੋਲਿਊਸ਼ਨ ਕਰਨਾ ਹੀ ਬੰਦ ਕਰ ਦੂ? ਐਵੇਂ ਕੁਛ ਨਹੀਂ। ਮਤਲਬ ਕਿ ਨੌਨ ਜ਼ੀਰੋ ਐਮਿਸ਼ਨ ਦਾ ਮਤਲਬ ਇਹ ਚੀਜ਼ ਹੈ, ਜਿੰਨਾ ਤੁਸੀਂ ਪੋਲਿਊਸ਼ਨ ਕਰੋਗੇ ਉਨਾ ਹੀ ਤੁਸੀਂ ਪ੍ਰਬੰਧ ਕਰੋਗੇ ਉਹਦੇ ਪੈਰਲਲ ਉਸ ਪੋਲਿਊਸ਼ਨ ਨੂੰ ਸੋਖਣ ਦਾ। ਸਮਝ ਗਏ ਵੀ ਜੇ ਤੁਸੀਂ ਨੇ ਫਰਜ਼ ਕਰੋ 100 ਯੂਨਿਟ ਕੋਈ ਵੀ ਪੋਲਿਊਸ਼ਨ ਕੀਤਾ ਤਾਂ ਇੰਨਾ ਤੁਹਾਡੇ ਦੇਸ਼ 'ਚ ਪ੍ਰਬੰਧ ਵੀ ਹੋਵੇ ਕਿ ਤੁਸੀਂ 100 ਯੂਨਿਟ ਨੂੰ ਪ੍ਰੋਟੈਕਟ ਵੀ ਕਰ ਰਹੇ ਹੋ, ਤਾਂ ਉੱਥੇ ਤੁਹਾਡਾ ਲੈ ਦੇ ਕੇ ਇਕੁਇਲੈਂਟ ਪਲੱਸ ਮਾਈਨਸ ਜ਼ੀਰੋ ਹੋ ਜਾਊਗਾ। ਉਹਨੂੰ ਨੌਨ ਜ਼ੀਰੋ ਆਪਾਂ ਐਮਿਸ਼ਨ ਬੋਲ ਸਕਦੇ ਹਾਂ। ਤਾਂ ਮੈਂ ਉਮੀਦ ਕਰਦਾ ਕਿ ਇਹਦਾ ਕੀ ਮਕਸਦ ਸੀ ਇਹਨੂੰ ਕੰਡਕਟ ਕਰਨ ਦਾ, ਨਿਊ ਫਰੰਟੀਅਰਸ ਪ੍ਰੋਗਰਾਮ ਨੂੰ। ਨੌਨ ਜ਼ੀਰੋ ਐਮਿਸ਼ਨ ਨਿਊ ਤੇ ਰੀਨਿਊਏਬਲ એનર્ਜੀ ਦਾ ਇਹ ਪ੍ਰੋਗਰਾਮ ਹੈ ਮਿਨਿਸਟਰੀ ਦਾ, ਤਾਂ ਕਿ ਕੋਲ ਤੋਂ ਦੂਰ ਹੋ ਕੇ ਹੁਣ ਅਸੀਂ ਸੋਲਰ એનર્ਜੀ ਇਹੋ ਜਿਹੀਆਂ ਜਿਹੜੀਆਂ ਰੀਨਿਊਏਬਲ ਸੋਰਸਿਸ ਆਫ એનર્ਜੀ ਹੁੰਦੇ ਨੇ, ਜਿਹੜੇ ਨੇਚਰ ਤੋਂ ਹੀ ਮਿਲਦੇ ਨੇ ਸਾਨੂੰ, ਕੁਦਰਤ ਤੋਂ, ਉਹਦੇ ਤੇ ਰਿਲਾਈ ਹੋਇਆ ਜਾਵੇ। ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇੱਕ ਏਜੰਸੀ ਹੈ
ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ? ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹੀ ਹੈ ਜਿਹੜੀ ਥੱਲੋਂ ਪੱਟ ਕੇ ਪੁਰਾਣੀਆਂ ਪ੍ਰਾਚੀਨ ਚੀਜ਼ਾਂ ਨੂੰ ਕੱਢਦੀ ਹੈ, ਠੀਕ ਹੈ, ਚਾਹੇ ਕੋਈ ਸੱਭਿਅਤਾ ਜਾਂ ਕੋਈ ਵੀ ਚੀਜ਼ ਪੁਰਾਣਾ ਸਾਨੂੰ ਕੋਈ ਮੂਰਤੀ ਮਿਲ ਗਈ, ਕੁਝ ਹੋਰ ਮਿਲ ਗਿਆ, ਤਾਂ ਕਿਹਦੇ ਅੰਡਰ ਕੰਮ ਕਰਦੀ ਹੈ? ਇਹ ਮਿਨਿਸਟਰੀ ਆਫ ਕਲਚਰ ਦੇ ਅੰਡਰ ਕੰਮ ਕਰਦੀ ਹੈ। ਟੂਰਿਜ਼ਮ ਨਾਲ ਕਈ ਵਾਰ ਭੁਲੇਖਾ ਪੈ ਸਕਦਾ, ਪਰ ਨਹੀਂ, ਕਲਚਰਲ ਚੀਜ਼ਾਂ ਨੇ ਸਾਰੀਆਂ, ਤਾਂ ਮਿਨਿਸਟਰੀ ਆਫ ਕਲਚਰ ਦੇ ਅੰਡਰ ਹੀ ਕੰਮ ਕਰਦੀ ਹੈ। ਇਹਨੂੰ ਧਿਆਨ 'ਚ ਰੱਖਿਓ, ਇੰਪੋਰਟੈਂਟ ਹੈ ਇਹ ਕੁਐਸਚਨ, ਠੀਕ ਹੈ। ਅੱਗੇ ਆ ਜਾਓ ਅਗਲੇ ਕੁਐਸਚਨ ਤੇ। ਕਿਹੜੀ ਭਾਰਤੀ ਕੰਪਨੀ ਹੈ ਜਿਹਨੇ ਜੁਆਇੰਟ ਵੈਂਚਰ ਕੀਤਾ ਹੈ ਫੌਕਸਕੌਨ ਦੇ ਨਾਲ? ਫੌਕਸਕੌਨ ਇੱਕ ਕੰਪਨੀ ਹੈ ਸੈਮੀਕੰਡਕਟਰਸ ਨੂੰ ਬਣਾਉਣ ਵਾਸਤੇ ਭਾਰਤ ਦੇ ਵਿੱਚ, ਠੀਕ ਹੈ, ਇੰਪੋਰਟੈਂਟ ਕੁਐਸਚਨ ਹੈ। ਸੈਮੀਕੰਡਕਟਰਸ ਨੂੰ ਲੈ ਕੇ ਪਿਛਲੇ ਕੁਝ ਲੈਕਚਰਾਂ 'ਚ ਵੀ ਆਪਣੀ ਡਿਸਕਸ਼ਨ ਹੋਈ ਸੀ ਕਿ ਸੈਮੀਕੰਡਕਟਰ ਬੇਸਿਕਲੀ ਚਿਪਸ ਬਣਦੀਆਂ ਨੇ। ਕਿਹੜੇ ਦੋ ਸੈਮੀਕੰਡਕਟਰ ਜ਼ਿਆਦਾਤਰ ਅੱਜ ਦੀ ਤਰੀਕ 'ਚ ਯੂਜ਼ ਹੁੰਦੇ ਨੇ? ਸਿਲੀਕੌਨ ਤੇ ਜਰਮੇਨੀਅਮ। ਇਹ ਦੋ ਸੈਮੀਕੰਡਕਟਰ ਨੇ ਜਿਨ੍ਹਾਂ ਤੋਂ ਜ਼ਿਆਦਾਤਰ ਚਿਪਸ ਬਣਾਈਆਂ ਜਾਂਦੀਆਂ ਨੇ ਹਾਲੇ ਤੱਕ, ਬਾਕੀ ਤਾਂ ਹਾਲੇ ਚੱਲ ਰਹੀ ਆ ਮਤਲਬ ਰਿਸਰਚ ਨਵੀਆਂ ਚੀਜ਼ਾਂ ਤੇ। ਤਾਂ ਇਹਨੂੰ ਲੈ ਕੇ ਭਾਰਤ ਨੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਚੀਨ ਦਾ ਇਹ 'ਚ ਜ਼ਿਆਦਾ ਦਬਦਬਾ, ਤਾਂ ਸਾਰੇ ਯੂਰਪੀਅਨ ਯੂਨੀਅਨ ਵੀ, ਅਮਰੀਕਾ ਵਰਗੇ ਦੇਸ਼ ਵੀ ਕੋਸ਼ਿਸ਼ ਕਰ ਰਹੇ ਨੇ ਕਿ ਇਹਦੀ ਮੈਨੂਫੈਕਚਰਿੰਗ ਆਪਣੇ ਦੇਸ਼ਾਂ ਦੇ ਵਿੱਚ ਹੀ ਕਰੀ ਜਾਵੇ। ਭਾਰਤ ਵੀ ਇਸੇ ਕੋਸ਼ਿਸ਼ 'ਚ ਲੱਗਿਆ ਹੋਇਆ। ਇਹਨੂੰ ਲੈ ਕੇ PLI ਸਕੀਮ ਵੀ ਭਾਰਤ ਨੇ ਲਾਂਚ ਕੀਤੀ ਆ ਹੁਣੇ ਰੀਸੈਂਟਲੀ, ਜਿਹਦੇ ਵਿੱਚ ਕਿ ਬਹੁਤ ਸਾਰੀ ਸਬਸਿਡੀ ਦਿੱਤੀ ਜਾਊਗੀ ਜੇ ਤੁਸੀਂ ਇਹਨੂੰ ਬਣਾ ਕੇ ਐਕਸਪੋਰਟ ਕਰ ਦਿਓਗੇ, ਬਾਹਰ ਦੂਜੇ ਦੇਸ਼ਾਂ ਨੂੰ ਭੇਜ ਦਿਓਗੇ। ਤਾਂ ਇਹ ਵੈਦਾਂਤਾ ਭਾਰਤ ਦਾ ਹੈ ਤੇ ਹੋਈ ਟੈਕਨੋਲੋਜੀ ਗਰੁੱਪ, ਜਿਹਨੂੰ ਫੌਕਸਕੌਨ ਵੀ ਕਿਹਾ ਜਾਂਦਾ, ਇਹ ਦੋ ਦੇ ਵਿੱਚ ਆਪਸ ਦੇ ਵਿੱਚ ਸਮਝੌਤਾ ਹੋਇਆ ਇਹਨਾਂ ਨੂੰ ਬਣਾਉਣ ਲੈ ਕੇ। ਆ ਲਿਖਿਆ ਵੀ ਹੈ ਕਿ ਇਹਦੀ ਪ੍ਰੋਡਕਸ਼ਨ ਵਾਸਤੇ ਜਿਹੜੀ PLI ਸਕੀਮ ਆ, ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ, ਇਹਦੇ 'ਚ ਕੀ ਹੈ? ਇਹ ਸਕੀਮ ਵੈਸੇ ਬਹੁਤ ਸਾਰੀਆਂ ਚੀਜ਼ਾਂ ਲਈ, ਟੈਕਸਟਾਈਲ ਲਈ ਵੀ ਆਈ ਹੈ, ਹੋਰ ਲਈ ਵੀ ਆਈ ਹੈ। PLI ਸਕੀਮ ਹੈ ਕੀ ਅਸਲ ਦੇ ਵਿੱਚ? PLI ਸਕੀਮ 'ਚ ਇਹ ਕਹਿੰਦੇ ਨੇ ਵੀ ਜਿਵੇਂ ਤੁਸੀਂ ਜਿੰਨੇ ਯੂਨਿਟ ਪਹਿਲਾਂ ਪ੍ਰੋਡਿਊਸ ਕਰਦੇ ਸੀ, ਇੱਕ ਕੰਪਨੀ ਸਪੋਜ਼ 100 ਕੋਈ ਪਰਟੀਕੂਲਰ ਚੀਜ਼ਾਂ ਬਣਾਉਂਦੀ ਹੈ, 100 ਚਿੱਪਾਂ ਬਣਾਉਂਦੀ ਹੈ, ਸਪੋਜ਼ 100 ਚਿੱਪ ਤੁਸੀਂ ਐਕਸਪੋਰਟ ਕਰ ਰਹੇ ਹੋ। ਹੁਣ ਤੁਸੀਂ ਉਹ 100 ਤੋਂ ਉੱਪਰਲੀਆਂ ਜਿੰਨੀਆਂ ਚਿਪਸ ਬਣਾਓਗੇ ਉਹ ਤਾਂ ਤੁਹਾਡੀ ਸੀਗੀ ਹੀ ਐਫੀਸ਼ੀਐਂਸੀ ਜਿੰਨੀ ਤੁਸੀਂ ਕੱਢਦੇ ਸੀ। ਫਰਜ਼ ਕਰੋ ਹੁਣ ਤੁਸੀਂ 150 ਬਣਾਉਂਦੇ ਹੋ ਤੇ 150 ਦੀਆਂ 150 ਨੂੰ ਬਾਹਰ ਭੇਜਦੇ ਹੋ, ਐਕਸਪੋਰਟ ਕਰਦੇ ਹੋ, ਤਾਂ 100 ਤਾਂ ਤੁਹਾਡੀ ਪਹਿਲੀ ਪ੍ਰੋਡਕਸ਼ਨ ਸੀ। ਜਿਹੜੀ ਤੁਸੀਂ ਨਵੀਂ ਪ੍ਰੋਡਕਸ਼ਨ ਵਧਾਈ ਹੈ ਆਪਣੀ 50, ਉਹਦੇ ਤੇ ਸਰਕਾਰ ਤੁਹਾਨੂੰ ਸਬਸਿਡੀ ਦਊਗੀ। ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਮਤਲਬ ਜਿੰਨੀ ਤੁਸੀਂ ਪ੍ਰੋਡਕਸ਼ਨ ਵਧਾਓਗੇ ਉਹਦੇ ਉੱਤੇ ਇਨਸੈਂਟਿਵ ਮਿਲਣਗੇ ਤੁਹਾਨੂੰ। ਇਹ ਸਕੀਮ ਹੈ। ਤਾਂ ਵੈਦਾਂਤਾ ਗਰੁੱਪ ਭਾਰਤੀ ਕੰਪਨੀ ਹੈ ਜਿਹਨੇ ਜੁਆਇੰਟ ਵੈਂਚਰ ਕੀਤਾ ਫੌਕਸਕੌਨ ਨਾਲ। ਇਹਦਾ ਨਾਮ ਹੈ ਹੌਨਹੇ ਟੈਕਨੋਲੋਜੀ, ਵੀ ਇਸੇ ਦਾ ਹੀ ਨਾਮ ਹੈ ਫੌਕਸਕੌਨ ਕੰਪਨੀ ਦਾ। ਇਹਨਾਂ ਦਾ ਆਪਸ 'ਚ ਸਮਝੌਤਾ ਹੋਇਆ। ਲਓ ਜੀ ਅੱਗੇ ਚੱਲਦੇ ਹਾਂ। ਕਿਹੜੀ ਸਟੇਟ ਹੈ ਜਿਹਨੇ ਵਿਟਨੈਸ ਕੀਤਾ ਪ੍ਰੋਟੈਸਟਸ ਨੂੰ, ਇਨਕਲੂਡਿੰਗ ਭੋਜਪੁਰੀ ਤੇ ਮਾਗੀ ਐਜ਼ ਅ ਰੀਜਨਲ ਲੈਂਗੁਏਜ ਇਨ ਦਾ ਗਵਰਨਮੈਂਟ ਜੌਬਸ? ਲਓ ਜੀ, ਤਾਂ ਹਰ ਜਗ੍ਹਾ ਹੀ ਰੌਲਾ, ਇਕੱਲਾ ਪੰਜਾਬ 'ਚ ਹੀ ਰੌਲਾ ਨਹੀਂ ਹੈਗਾ ਵੀ ਪੰਜਾਬੀ ਕਰਕੇ ਪੇਪਰ ਕੈਂਸਲ ਹੋ ਜਾਣਗੇ, ਬਾਕੀ ਸੂਬਿਆਂ ਦੇ ਵਿੱਚ ਵੀ ਰੌਲਾ ਹੈਗਾ। ਆਹ ਦੇਖੋ ਉਦਾਹਰਨ ਸਾਹਮਣੇ ਹੈ। ਕਿਸੇ ਸੂਬੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਹ ਹੋਏ ਨੇ, ਪ੍ਰੋਟੈਸਟ ਹੋਏ ਨੇ, ਠੀਕ ਹੈ, ਵੀ ਪ੍ਰਦਰਸ਼ਨ ਹੋਏ ਨੇ। ਭੋਜਪੁਰੀ ਤੇ ਜਿਹੜੀ ਆਹ ਮਾਗੀ ਉੱਥੋਂ ਦੀ ਰੀਜਨਲ ਲੈਂਗੁਏਜ ਹੈ, ਇਹਨਾਂ ਨੂੰ ਗਵਰਨਮੈਂਟ ਜੌਬਸ ਦੇ ਵਿੱਚ ਇਨਕਲੂਡ ਕੀਤਾ ਜਾਵੇ, ਪੇਪਰ ਇਹਨਾਂ ਦਾ ਇਹਦੇ 'ਚ ਆਵੇ। ਕਹਿਣ ਦਾ ਮਤਲਬ ਇਹੀ ਹੋਇਆ। ਤਾਂ ਕਿਹੜਾ ਸੂਬਾ ਉਹ? ਝਾਰਖੰਡ। ਝਾਰਖੰਡ ਦੇ ਵਿੱਚ ਇਹ ਹੋਇਆ। ਮੈਨੂੰ ਲੱਗਦਾ ਇਹ ਸਵਾਲ ਤਾਂ ਨਹੀਂ ਤੁਹਾਨੂੰ ਭੁੱਲੂਗਾ ਇਹਦੇ ਪੇਪਰ ਦੇ ਵਿੱਚ ਕਿਤੇ ਗਲਤੀ ਨਾਲ ਪੈ ਗਿਆ, ਠੀਕ ਹੈ, ਕਿਉਂਕਿ ਆਪਾਂ ਲਿੰਕ ਹੀ ਇਸ ਹਿਸਾਬ ਨਾਲ ਕਰ ਲਿਆ ਇਸ ਸਵਾਲ ਨੂੰ। ਅੱਗੇ ਆ ਜਾਓ ਅਗਲੇ ਸਵਾਲ ਤੇ। ਕਿਹੜੀ ਕੰਟਰੀ ਹੈ ਜਿਹਨੇ ਸਾਈਨ ਕੀਤਾ $375 ਮਿਲੀਅਨ ਦੀ ਡੀਲ ਇੰਡੀਆ ਦੇ ਨਾਲ? ਉਹਨਾਂ ਨੇ 3 ਬੈਟਰੀਆਂ ਖਰੀਦਣੀਆਂ ਨੇ ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਵਾਸਤੇ। ਬ੍ਰਹਮੋਸ ਸਾਡੀ ਕਰੂਜ਼ ਮਿਜ਼ਾਈਲ ਹੈ। ਕਿਹੜੇ ਦੋ ਦੇਸ਼ਾਂ ਦੀ ਇਹ? ਭਾਰਤ ਤੇ ਰਸ਼ੀਆ ਨੇ ਮਿਲ ਕੇ ਬਣਾਈ ਹੈ। ਤੇ ਪਿੱਛੇ ਜੇ ਡੀਲ ਹੋਈ ਸੀ ਸਾਡੀ ਕਿਹਦੇ ਨਾਲ ਖਰੀਦਣ ਵਾਸਤੇ? ਵੀਅਤਨਾਮ ਨਾਲ ਚੱਲ ਰਹੀ ਸੀ ਗੱਲਬਾਤ, ਵੀਅਤਨਾਮ ਖਰੀਦਣਾ ਚਾਹੁੰਦਾ ਸੀ। ਤੇ ਫਿਲੀਪਾਈਨਸ, ਫਿਲਹਾਲ ਦੀ ਤਰੀਕ ਦੇ ਵਿੱਚ ਫਿਲੀਪਾਈਨਸ ਉਹ ਦੇਸ਼ ਹੈ ਜਿਹਨੇ ਭਾਰਤ ਦੇ ਨਾਲ ਇੰਨੇ ਦੀ ਡੀਲ ਕੀਤੀ ਇਹਦੀਆਂ ਬੈਟਰੀਆਂ ਖਰੀਦਣ ਵਾਸਤੇ। ਸਮਝ ਗਏ? ਤਾਂ ਇਹ ਇੰਪੋਰਟੈਂਟ ਸਵਾਲ ਹੈ, ਧਿਆਨ 'ਚ ਰੱਖਿਓ। ਇਹੋ ਜਿਹੇ ਸਵਾਲ ਪੇਪਰ 'ਚ ਆਮ ਹੀ ਦੇਖਣ ਨੂੰ ਮਿਲਦੇ ਨੇ। ਤਾਂ ਕਿਹੜਾ ਦੇਸ਼ ਹੋ ਗਿਆ? ਫਿਲੀਪੀਨਸ ਹੋ ਗਿਆ। ਅੱਗੇ ਆ ਜਾਓ ਜੀ। ਬਬੁਸ਼ਕਾ ਬਟਾਲੀਅਨ ਜਿਹੜੀ ਕਿ ਹੁਣੇ ਨਿਊਜ਼ 'ਚ ਦੇਖੀ ਗਈ, ਕਿਹੜੇ ਦੇਸ਼ ਦੀ ਬਟਾਲੀਅਨ ਆ? ਇਹ ਹੈਗੀ ਹੈ ਯੂਕਰੇਨ। ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲ ਰਹੀ ਹੈ, ਤਾਂ ਉੱਥੋਂ ਹੀ ਇਹ ਸਵਾਲ ਨਿਕਲਿਆ। ਜਿਹੜੀ ਇਹ ਇੱਕ ਆਰਮੀ ਆ ਨਾ, ਇਹ 올ਡਰ ਵੂਮਨ ਦੀ, ਪੁਰਾਣੇ ਜਿਹੜੇ ਬਜ਼ੁਰਗ ਔਰਤਾਂ ਦੀ ਆਰਮੀ ਹੈ, ਠੀਕ ਹੈ, ਜਿਹੜੀ ਕਿ ਲੜਦੀ ਹੈ। ਤਾਂ ਬੇਸਿਕਲੀ ਇਸੇ ਕਰਕੇ ਇੱਕ ਯੂਨੀਕ ਜਿਹਾ ਕਨਸੈਪਟ ਹੋ ਗਿਆ ਨਾ, ਇਹੋ ਜਿਹਾ ਕੁਝ ਕਦੇ ਸੁਣਿਆ ਨਹੀਂ ਹੈਗਾ, ਤਾਂ ਕਰਕੇ ਨਿਊਜ਼ ਦੇ ਵਿੱਚ ਸੀ। ਯੂਕਰੇਨ ਦੀ ਆਰਮੀ ਹੈ। ਵੈਸੇ ਤਾਂ ਆਪਾਂ ਦੇਖਿਆ ਹੀ ਹੈ ਕਿ ਯੂਕਰੇਨ ਦਾ ਸਾਰਾ ਦੇਸ਼ ਹੀ ਖੜਾ ਹੋ ਗਿਆ ਰਸ਼ੀਆ ਦੇ ਖਿਲਾਫ। ਤਾਂ ਔਰਤਾਂ ਕੀ, ਬੱਚੇ ਕੀ, ਜਿਹੜਾ ਵੀ ਹਥਿਆਰ ਚੱਕ ਸਕਦਾ ਸਾਰੇ ਹਥਿਆਰ ਚੱਕ ਕੇ ਉਹਦੇ ਅਗੇਂਸਟ ਖੜੇ ਸੀ। ਜ਼ੈਲੈਂਸਕੀ ਉਹਨਾਂ ਦਾ, ਠੀਕ ਹੈ, ਤੁਹਾਨੂੰ ਪਤਾ ਹੀ ਹੈ ਕਿ ਕੌਣ ਹੈ, ਉਹਨਾਂ ਦਾ ਰਾਸ਼ਟਰਪਤੀ ਹੈ, ਜਿਹੜਾ ਬੜਾ ਦਲੇਰ ਨਿਕਲਿਆ ਬੰਦਾ।
ਅੱਗੇ ਚੱਲਦੇ ਹਾਂ। ਕਿਹੜੀ ਨੋਡਲ ਏਜੰਸੀ ਹੈ ਫॉर ਇੰਪਲੀਮੈਂਟਿੰਗ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ? ਇਹ ਵੀ ਬੜਾ ਮਹੱਤਵਪੂਰਨ ਸਵਾਲ ਹੈ, ਫੈਕਚੁਅਲ ਦਾ ਸਵਾਲ ਹੈ ਪਰ ਕਰੰਟ ਦੇ ਵਿੱਚੋਂ ਵੀ ਫੈਕਚੁਅਲ ਸਵਾਲ ਬਣਦਾ ਹੈ। ਤਾਂ ਨੈਸ਼ਨਲ ਹੈਲਥ ਅਥਾਰਟੀ, ਨੈਸ਼ਨਲ ਹੈਲਥ ਅਥਾਰਟੀ ਇੱਕ ਇਹੋ ਜਿਹੀ ਬੋਡੀ ਹੈ ਜਿਹੜੀ ਕਿ ਕਿਹਦੇ ਅੰਡਰ ਆਉਂਦੀ ਹੈ? ਇਹ ਵੀ ਮਿਨਿਸਟਰੀ, ਜਿਹੜੀ ਹੈਲਥ ਮਿਨਿਸਟਰੀ ਉਹਦੇ ਅੰਡਰ ਹੀ ਆਉਂਦੀ ਹੈ। ਇਹਨੂੰ ਇਹ ਕੰਮ ਦਿੱਤਾ ਗਿਆ ਕਿ ਜਿਹੜੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਰੋਗਯ ਯੋਜਨਾ ਹੈਗੀ ਹੈ, ਇਹਨੂੰ ਇੰਪਲੀਮੈਂਟ ਕਰਨ ਦਾ ਕੰਮ ਤੇਰਾ ਗਾ, ਠੀਕ ਹੈ? ਤਾਂ ਇਹਨੂੰ ਧਿਆਨ 'ਚ ਰੱਖ ਲਿਓ, ਇੰਪੋਰਟੈਂਟ ਸਵਾਲ ਆ। ਅੱਗੇ ਆ ਜਾਓ। ਕਿਹੜੀ ਕੰਟਰੀ ਹੈ that has invoked a never before used emergency power to curtail the protest demanding the COVID restrictions? ਇਹ ਵੀ ਇੰਪੋਰਟੈਂਟ ਸਵਾਲ ਆ। ਪੰਜਾਬ ਵਾਲਿਆਂ ਨੂੰ ਤਾਂ ਸਭ ਨੂੰ ਹੀ ਪਤਾ ਹੋਊਗਾ ਕਿੰਨਾ ਰੌਲਾ ਪਿਆ ਕੈਨੇਡਾ ਦੇ ਵਿੱਚ। ਜਿਹੜੇ ਟਰਾਂਸਪੋਰਟ ਵਾਲੇ ਟਰੱਕ ਚਲਾਉਂਦੇ ਸੀਗੇ, ਉਹਨਾਂ ਨੇ ਰੌਲਾ ਪਾ ਲਿਆ ਕਿ ਉਹ ਬਾਰਡਰੋਂ ਪਾਰ ਜਾਂਦੇ ਨੇ, ਕਦੇ ਉੱਧਰੋਂ ਇੱਧਰ ਆਉਂਦੇ ਨੇ ਜਾਂ ਅਮਰੀਕਾ ਵੱਲ ਨੂੰ ਜਾਂਦੇ ਨੇ। ਉਹ ਕਹਿੰਦੇ ਵੀ ਅਸੀਂ COVID-19 ਦੀ ਉਹ ਲਵਾਉਣੇ ਨਹੀਂ ਹੈਗੇ, ਵੀ ਇਹ ਰਿਸਟ੍ਰਿਕਸ਼ਨ ਤੋਂ ਸਾਨੂੰ ਰਹਿਤ ਕਰੋ। ਮੰਨੀ ਨਹੀਂ ਸਰਕਾਰ, ਟਰੱਕ ਲਾ ਕੇ ਖੜ ਗਏ, ਵਾਲੇ ਰੋਡਾਂ ਜਾਮ ਕਰਤੀਆਂ। ਇਕੱਲੇ ਇੰਡੀਆ 'ਚ ਹੀ ਨਹੀਂ ਹੁੰਦੀਆਂ, ਹਰ ਜਗ੍ਹਾ ਹੀ ਹੁੰਦੀਆਂ ਨੇ। ਉੱਥੇ ਰੋਡਸ ਸਾਰੀਆਂ ਜਾਮ ਹੋ ਗਈਆਂ। ਤਾਂ ਉੱਥੇ ਇੱਕ ਪਹਿਲੀ ਵਾਰ ਜਿਹੜੀ ਅੱਜ ਤੱਕ ਨਹੀਂ ਕਦੇ ਐਮਰਜੈਂਸੀ ਪਾਵਰ ਵਰਤੀ ਸੀ, ਤਾਂ ਉੱਥੋਂ ਦੇ ਟਰੂਡੋ ਯਾਨੀ ਕਿ ਪ੍ਰਾਈਮ ਮਿਨਿਸਟਰ ਨੇ ਉਹ ਪਾਵਰ ਵਰਤੀ ਇਸ ਚੀਜ਼ ਨੂੰ ਹੈਂਡਲ ਕਰਨ ਵਾਸਤੇ। ਤਾਂ ਇਹ ਕਿੱਥੋਂ ਦਾ ਸਿਨਾਰੀਓ ਆ? ਸਾਰਾ ਕੈਨੇਡਾ ਦਾ। ਕੈਨੇਡਾ ਦੇ ਵਿੱਚ ਇਹ ਸਾਰਾ ਕੁਝ ਹੋਇਆ ਕਿ ਬਲੌਕ ਰੋਡ ਕਰਤੀ ਸੀ ਉਹਨਾਂ ਨੇ ਸਾਰੀ। ਲੱਛਾ ਫੀਵਰ, ਲੱਛਾ ਫੀਵਰ ਜਿਹੜਾ ਹੁਣੀ ਨਿਊਜ਼ 'ਚ ਸੀ, ਕਿਹੜੀਆਂ ਸਪੀਸ਼ੀਜ਼ ਤੋਂ ਫੈਲਦਾ? ਚੂਹੇ ਫੈਲਾਉਂਦੇ ਨੇ, ਬੈਟ ਫੈਲਾਉਂਦੇ ਨੇ, ਮੱਛਰ ਜਾਂ ਸਵਾਈਨ ਸੂਰ ਤੋਂ ਫੈਲਦਾ? ਤਾਂ ਇਹ ਰੈਟਸ ਤੋਂ ਫੈਲਦਾ, ਚੂਹੇ ਫੈਲਾਉਂਦੇ ਨੇ। ਬੇਸਿਕਲੀ ਪਹਿਲੀ ਵਾਰ ਇਹ 1969 ਦੇ ਵਿੱਚ ਡਿਸਕਵਰ ਹੋਇਆ ਸੀ, 69 'ਚ, ਠੀਕ ਹੈ? ਲੱਛਾ ਨਾਈਜੀਰੀਆ ਦੇ ਇੱਕ ਸ਼ਹਿਰ ਦਾ ਨਾਮ ਆ, ਇਸੇ ਕਰਕੇ ਉੱਥੇ ਲੱਭਿਆ ਸੀ, ਤਾਈਓ ਇਹਦਾ ਨਾਮ ਲੱਛਾ ਪੈ ਗਿਆ। ਆਮ ਤੌਰ ਤੇ ਫੇਵਰੇਟ ਸਵਾਲ ਪੇਪਰਾਂ 'ਚ ਬਣਦਾ ਹੈ ਕਿ ਲੱਛਾ ਦਾ ਨਾਮ ਲੱਛਾ ਫੀਵਰ ਹੈ, ਕਿਹਦੇ ਤੋਂ ਆ? ਇਹ ਕਿਸੇ ਰੀਵਰ ਦਾ ਨਾਮ ਹੈ, ਕਿਸੇ ਮਾਊਂਟੇਨ ਦਾ ਨਾਮ ਹੈ, ਕਿਹਦਾ ਨਾਮ ਹੈ? ਤਾਂ ਇੱਕ ਸ਼ਹਿਰ ਦਾ ਨਾਮ ਹੈ, ਨਾਈਜੀਰੀਆ ਦਾ ਸ਼ਹਿਰ ਹੈ। ਇਸ ਗੱਲ ਨੂੰ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ। ਤਾਂ ਇਹ ਫੀਵਰ ਸਪਰੈਡ ਹੁੰਦਾ, ਬੇਸਿਕਲੀ ਇਹਨੂੰ ਫੈਲਾਉਣ ਦੇ ਵਿੱਚ ਕੌਣ ਮਦਦ ਕਰਦਾ ਹੈ? ਰੈਟਸ ਮਦਦ ਕਰਦੇ ਨੇ, ਚੂਹਿਆਂ ਦੇ ਥਰੂ ਇਹ ਫੈਲਦਾ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇਹਨੂੰ ਵੈਕਟਰ ਬੋਲਦੇ ਹੁੰਦੇ ਨੇ ਬੇਸਿਕਲੀ, ਜਿਹੜਾ ਕਿਸੇ ਚੀਜ਼ ਨੂੰ ਲੈ ਕੇ ਫੈਲਾਵੇ ਨਾ। ਜਿਵੇਂ ਹੁਣ ਆਪਾਂ ਨੂੰ ਪਤਾ ਹੈ ਕਿ ਮਲੇਰੀਏ ਵਾਸਤੇ ਅਨੋਫਲੀਜ਼ ਮੱਛਰ ਹੈ, ਜਿਹੜਾ ਅਨੋਫਲੀਜ਼ ਮੱਛਰ ਹੈ ਇਹ ਮਲੇਰੀਏ ਨੂੰ ਫੈਲਾਉਂਦਾ ਹੈ, ਠੀਕ ਹੈ? ਜੇ ਐਵੇਂ ਮੈਂ ਗੱਲ ਕਰਾਂ ਏਡੀਸ ਇਜਿਪਟੀ ਦੀ, ਏਡੀਸ ਇਜਿਪਟੀ ਜਿਹੜਾ ਹੈਗਾ ਉਹ ਮੇਰੇ ਕੋਲੇ ਕਿਹਨੂੰ? ਡੇਂਗੀ ਨੂੰ, ਯਾਨੀ ਕਿ ਡੇਂਗੂ ਨੂੰ ਫੈਲਾਉਂਦਾ ਹੈ। ਤਾਂ ਇਹ ਵੈਕਟਰ ਨੇ ਜਿਹੜੇ ਉਸ ਚੀਜ਼ ਨੂੰ ਫੈਲਾਉਣ 'ਚ ਸਹਾਇਕ ਨੇ, ਲੈ ਕੇ ਉੱਡਦੇ ਨੇ। ਤਾਂ ਇਸ ਲੱਛਾ ਬੁਖਾਰ ਦਾ ਵੈਕਟਰ ਕਿਹੜਾ ਹੋ ਗਿਆ? ਚੂਹਾ, ਰੈਟ ਹੋ ਗਿਆ। ਚੂਹੇ ਨੂੰ ਫੈਲਾਉਣ 'ਚ ਸਹਾਇਕ ਹੁੰਦੇ ਨੇ। ਅੱਗੇ ਆ ਗਿਆ, ਕਿਹੜੇ ਹਾਈ ਕੋਰਟ ਨੇ ਹੁਣੇ ਸਟਰਕ ਡਾਊਨ ਕੀਤਾ ਹੈ ਸਟੇਟ ਬੈਨ ਔਨ ਆਨਲਾਈਨ ਗੈਂਬਲਿੰਗ ਆਫਟਰ ਕੇਰਲਾ ਐਂਡ ਤਾਮਿਲਨਾਡੂ? ਪਹਿਲਾਂ ਇਹੀ ਚੀਜ਼ ਕੇਰਲਾ, ਤਾਮਿਲਨਾਡੂ 'ਚ ਹੋ ਚੁੱਕੀ ਆ, ਹੁਣੇ ਕਰਨਾਟਕਾ 'ਚ ਹੋ ਗਈ। ਮਤਲਬ ਉਹ ਸਟੇਟਾਂ ਨੇ ਆਨਲਾਈਨ ਗੈਂਬਲਿੰਗ ਦੇ ਉੱਤੇ ਬੈਨ ਲਾਇਆ ਹੋਇਆ ਸੀ, ਪਰ ਉੱਥੋਂ ਦੀਆਂ ਹਾਈ ਕੋਰਟਸ ਨੇ ਇਹ ਬੈਨ ਨੂੰ ਹਟਾਤਾ, ਸਟਕ ਡਾਊਨ ਕਰਤਾ। ਉਹਨਾਂ ਨੇ ਕਿਹਾ ਕਿ ਕੁਝ ਰੈਗੂਲੇਸ਼ਨਸ ਬਣਾ ਸਕਦੇ ਹੋ, ਤੁਸੀਂ ਬੈਨ ਨਹੀਂ ਕਰ ਸਕਦੇ। ਕੁਝ ਰੈਗੂਲੇਸ਼ਨਸ ਬਣਾਓ, ਕੋਈ ਕਾਨੂੰਨ ਬਣਾਓ, ਉਹਦੇ ਤਹਿਤ ਖੇਡੀ ਜਾ ਸਕਦੀ ਹੈ। ਤਾਂ ਕਰਨਾਟਕਾ ਦੇ ਵਿੱਚ ਰੀਸੈਂਟਲੀ ਹੋਇਆ, ਕੇਰਲਾ 'ਚ ਵੀ ਹੋ ਚੁੱਕਿਆ, ਤਾਮਿਲਨਾਡੂ 'ਚ ਵੀ ਹੋ ਚੁੱਕਿਆ। ਇਹ ਵੀ ਮਹੱਤਵਪੂਰਨ ਸਵਾਲ ਹੋ ਸਕਦਾ, ਧਿਆਨ 'ਚ ਰੱਖਿਓ। ਐਸਟਰੋਇਡ ਹੈਗਾ ਇਲੈਕਟਰਾ, ਇਲੈਕਟਰਾ ਨਾਮ ਦਾ ਐਸਟਰੋਇਡ ਆ। ਪਹਿਲਾ ਸਵਾਲ ਤਾਂ ਇਹੀ ਬਣਦਾ ਕਿ ਇਲੈਕਟਰਾ ਰੀਸੈਂਟਲੀ ਨਿਊਜ਼ ਦੇ ਵਿੱਚ ਸੀ, ਇਹ ਕੀ ਹੁੰਦਾ? ਐਸਟਰੋਇਡ। ਐਸਟਰੋਇਡ ਤੇ ਪਿਛਲੇ ਲੈਕਚਰਾਂ 'ਚ ਵੀ ਆਪਣੀ ਡਿਸਕਸ਼ਨ ਹੋ ਚੁੱਕੀ ਹੈ ਕਿ ਐਸਟਰੋਇਡ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਧਰਤੀ ਦੇ ਉੱਪਰ ਹੀ, ਧਰਤੀ ਨਹੀਂ ਸੌਰੀ ਸਪੇਸ ਦੇ ਵਿੱਚ ਘੁੰਮ ਰਹੀ ਹੈ। ਬੇਸਿਕਲੀ ਜ਼ਿਆਦਾਤਰ ਜਿਹੜੀ ਐਸਟਰੋਇਡ ਦੀ ਬੈਲਟ ਆ ਨਾ, ਬੈਲਟ ਹੈ ਜਿਹੜੀ, ਇਹ ਮਾਰਸ ਤੇ ਜੁਪੀਟਰ ਤੇ ਮਾਰਸ ਦੇ ਵਿਚਾਲੇ ਬੈਲਟ ਹੈ। ਮੋਰ ਦੈਨ 90% ਐਸਟਰੋਇਡ ਤਾਂ ਆਹੀ ਬੈਲਟ 'ਚ ਮਿਲਦੇ ਨੇ, ਹੋਰ ਕਿਤੇ ਵੀ ਹੋ ਸਕਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਇੱਥੇ ਹੀ ਨੇ, ਪਰ ਇਹ ਜੇ ਤੁਹਾਡੇ ਤੋਂ ਕੁਐਸਚਨ ਬਣਦਾ ਕਿ ਐਸਟਰੋਇਡ ਬੈਲਟ ਕਿਹੜੇ ਦੋ ਗ੍ਰਹਿਆਂ ਦੇ ਵਿੱਚ ਆਉਂਦੀ ਹੈ, ਤਾਂ ਜੁਪੀਟਰ ਤੇ ਮਾਰਸ ਦੇ ਵਿੱਚ, ਤੁਹਾਨੂੰ ਪਤਾ ਹੋਵੇ, ਠੀਕ ਹੈ? ਇਲੈਕਟਰਾ ਜਿਹੜਾ ਕਿ ਨਿਊਜ਼ ਦੇ ਵਿੱਚ ਸੀ, ਇਹਦੀ ਕੀ ਸਪੈਸ਼ਲ ਫੀਚਰ ਹੈ? ਇਹਦੀ ਸਪੈਸ਼ਲ ਫੀਚਰ ਇਹੀ ਹੈ ਕਿ ਇਹ ਫਸਟ ਕੁਆਡਰਪਲ ਐਸਟਰੋਇਡ ਹੈ। ਹੁਣ ਤੁਸੀਂ ਕਹੋਗੇ ਆਹ ਕੀ ਨਵੀਂ ਚੀਜ਼ ਆ ਗਈ ਜੀ, ਕੁਆਡਰਪਲ ਕੀ ਹੋਇਆ? ਮਤਲਬ ਜੇ ਕੋਈ ਇੱਕ ਇਹੋ ਜਿਹੀ ਆਬਜੈਕਟ ਜਾਂ ਤੁਸੀਂ ਕਹਿ ਲਓ ਕਿ ਐਸਟਰੋਇਡ ਜਿਹਦੇ 3 ਸੈਟੇਲਾਈਟ ਹੋਣਗੇ ਜਾਂ ਮੂਨਸ ਹੋਣਗੇ, ਬੇਸਿਕਲੀ ਅਸੀਂ ਕੀ ਬੋਲਦੇ ਹਾਂ ਉਹਨੂੰ? ਮੂਨਸ। ਜਿਵੇਂ ਧਰਤੀ ਹੈ, ਧਰਤੀ ਦਾ ਨੈਚੁਰਲ ਸੈਟੇਲਾਈਟ ਕਿਹੜਾ ਗਾ? ਤੁਸੀਂ ਕਹੋਗੇ ਮੂਨ। ਤਾਂ ਇਸੇ ਕਰਕੇ ਮੂਨ ਤੋਂ ਹੀ ਮੂਨਸ ਨਾਮ ਪੈ ਗਿਆ। ਅਸੀਂ ਕਿਸੇ ਵੀ ਗ੍ਰਹਿ ਦੇ ਜਦੋਂ ਸੈਟੇਲਾਈਟ ਲੱਭਦੇ ਹਾਂ ਜਿਹੜੇ ਨੈਚੁਰਲ, ਉਹਨਾਂ ਨੂੰ ਉਹਦੇ ਮੂਨਸ ਹੀ ਬੋਲਿਆ ਜਾਂਦਾ। ਜਿਵੇਂ ਯੂਰੋਪਾ ਹੋ ਗਿਆ, ਟਾਈਟਨ, ਕਿੰਨੇ ਨੇ ਵੱਖਰੇ ਵੱਖਰੇ ਉਹਨਾਂ ਦੇ।
ਤਾਂ ਇਹਦਾ ਇੱਕ ਰੀਸੈਂਟਲੀ ਨਵਾਂ ਮੂਨ, ਤੀਜਾ ਮੂਨ ਲੱਭਿਆ। 3 ਮੂਨ ਲੱਭਣ ਤੋਂ ਬਾਅਦ ਚੌਥਾ ਇਹ ਆਪ ਹੋ ਗਿਆ। ਇਸੇ ਕਰਕੇ ਇਹਨੂੰ ਕੁਆਡ ਦਾ ਮਤਲਬ 4 ਹੀ ਦਾ ਹੁੰਦਾ। ਕੁਆਡਰਪਲ ਐਸਟਰੋਇਡ ਪਹਿਲਾ ਐਸਟਰੋਇਡ ਹੈ ਜਿਹਦੇ ਸਾਨੂੰ 3 ਮੂਨ ਲੱਭੇ ਨੇਗੇ, ਤੇ ਉਹ ਕੁਆਡਰਪਲ ਐਸਟਰੋਇਡ ਬਣ ਗਿਆ। ਆਪਣੇ ਆਪ ਦੇ ਵਿੱਚ ਇੰਪੋਰਟੈਂਟ ਕੁਐਸਚਨ ਹੋ ਜਾਂਦਾ, ਤਾਂ ਧਿਆਨ 'ਚ ਰੱਖਿਓ ਐਸਟਰੋਇਡ ਇਲੈਕਟਰਾ। ਲਓ ਜੀ ਅਗਲੇ ਸਵਾਲ ਤੇ ਚੱਲਦੇ ਹਾਂ। ਮੈਂ ਉਮੀਦ ਕਰਦਾ ਕਿ ਗੱਲ ਸਮਝ ਲੱਗ ਗਈ ਹੋਊਗੀ। What is the outlay of the ਪ੍ਰਾਈਮ ਮਿਨਿਸਟਰ ਆਵਾਸ ਯੋਜਨਾ? ਦੇਖੋ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਜਿਹੜੀ ਹੈਗੀ ਹੈ ਇਹਦਾ ਕੀ ਆਊਟਲੇ ਰੱਖਿਆ ਹੈ? ਪ੍ਰਧਾਨ ਮੰਤਰੀ ਦੀ ਜਿਹੜੀ ਇਹ ਨਵੀਂ ਸਕੀਮ ਚੱਲ ਰਹੀ ਹੈ ਜਿਹਦੇ ਤਹਿਤ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਉਹ ਵੀ ਪੱਕੇ ਮਕਾਨ। ਪੇਪਰ 'ਚ ਕਿਸੇ 'ਚ ਸਵਾਲ ਆਇਆ ਸੀ, ਮੇਰੇ ਦਿਮਾਗ 'ਚ ਨਹੀਂ, ਉਹਨਾਂ ਨੇ ਲਿਖਤਾ ਸੀ ਆਵਾਸ ਯੋਜਨਾ ਦੇ ਤਹਿਤ ਪਹਿਲੀ ਸਟੇਟਮੈਂਟ ਕੱਚੇ ਮਕਾਨ ਬਣਾ ਕੇ ਦਿੱਤੇ ਜਾਣਗੇ। ਯਾਰ ਕੱਚੇ ਹੁਣ ਕਿਹੜੇ ਜ਼ਮਾਨੇ 'ਚ ਜਿਉ ਰਹੇ ਤੁਸੀਂ ਕਿ ਕੱਚੇ ਮਕਾਨ ਬਣਾ ਕੇ ਦੇਣਗੇ? ਠੀਕ ਹੈ, ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ। ਤਾਂ ਇਹਦੇ ਤਹਿਤ ਜਿਹੜਾ ਹੁਣ ਦਾ ਬਜਟ ਆ 22-23 ਦਾ, ਉਹਦੇ ਵਿੱਚ 48,000 ਰੁਪਈਆ ਸਰਕਾਰ ਨੇ ਐਲੋਕੇਟ ਕੀਤਾ ਕਿ ਬਜਟ ਦੇ ਵਿੱਚ ਦਿੱਤਾ ਜਾਊਗਾ। 5 ਸਟੇਟਾਂ ਦੇ ਵਿੱਚ 60,000 ਦੇ ਅਕ੍ਰੋਸ ਘਰਾਂ ਨੂੰ ਬਣਾਇਆ ਜਾਊਗਾ ਇਸ ਸਕੀਮ ਦੇ ਤਹਿਤ। ਠੀਕ ਹੈ, ਤੇ ਇੱਕ ਧਿਆਨ ਰੱਖਿਓ, ਜੇ ਤਾਂ ਅਰਬਨ ਏਰੀਆ 'ਚ ਗੱਲ ਕਰ ਲਈਏ ਇਸ ਆਵਾਸ ਵਾਲੀ ਯੋਜਨਾ ਦੀ, ਤਾਂ ਮਹੂਆ ਜਿਹੜੀ ਮਿਨਿਸਟਰ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਵਾਲੀ ਮਿਨਿਸਟਰੀ ਆ, ਉਹ ਇਹਦੇ ਤੇ ਕੰਮ ਕਰ ਰਹੀ ਹੈ। ਜੇ ਰੂਰਲ ਏਰੀਆ 'ਚ ਗੱਲ ਕਰੋਗੇ ਤਾਂ ਰੂਰਲ ਮਿਨਿਸਟਰੀ ਜਿਹੜੀ ਸਾਡੀ ਹੈਗੀ ਆ ਉਹ ਇਹਦੇ ਤੇ ਕੰਮ ਕਰਦੀ ਹੈ, ਮਤਲਬ ਇਹ ਸਕੀਮ ਨੂੰ ਇੰਪਲੀਮੈਂਟ ਕਰ ਰਹੀ ਹੈ। ਇਹ ਵੀ ਪੇਪਰ 'ਚ ਪੁੱਛ ਸਕਦੇ ਨੇ ਕਿ ਰੂਰਲ 'ਚ ਕਿਹੜੀ ਮਿਨਿਸਟਰੀ ਕੰਮ ਇਹਨੂੰ ਚਲਾ ਰਹੀ ਹੈ ਤੇ ਅਰਬਨ 'ਚ ਕਿਹੜੀ ਚਲਾ ਰਹੀ ਹੈ। ਲਓ ਜੀ ਅੱਗੇ ਆ ਜਾਓ। ਇੰਡੀਆ ਨੇ ਲੈਟਰ ਆਫ ਇੰਟੈਂਟ ਸਾਈਨ ਕੀਤਾ LOI ਔਨ ਨਿਊ ਐਂਡ ਰੀਨਿਊਏਬਲ ਐਨਰਜੀ ਟੈਕਨੋਲੋਜੀ ਤੇ ਕਿਹੜੀ ਕੰਟਰੀ ਨਾਲ? ਤਾਂ ਇਹ ਵੀ ਇੰਪੋਰਟੈਂਟ ਸਵਾਲ ਹੋ ਸਕਦਾ, ਆਸਟ੍ਰੇਲੀਆ ਨਾਲ। ਮਤਲਬ ਭਾਰਤ ਹੁਣ ਪੂਰੇ ਜ਼ੋਰ ਸ਼ੋਰ ਤੇ ਲੱਗਿਆ ਹੋਇਆ ਇਲੈਕਟ੍ਰਿਕ ਕਾਰਾਂ ਚੱਲਣ। ਸਾਡੇ ਇੱਥੇ ਜਿੰਨੀ એનર્ਜੀ ਹੈ ਕੋਲੇ ਦੀ ਪਿੱਛੇ ਕਿੰਨੀ ਥੋੜ ਪੈ ਗਈ ਸੀ, ਠੀਕ ਹੈ, ਕੱਟ ਲੱਗਣ ਲੱਗ ਗਏ ਸੀ ਬਿਜਲੀ ਦੇ। ਪੂਰੇ ਦੇਸ਼ 'ਚ ਹੀ ਨਹੀਂ ਬਿਜਲੀ ਸੀ। ਇੱਥੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਕਿ ਬਿਜਲੀ ਇਹਨਾਂ ਦੇ ਆਉਣ ਨਾਲ ਚਲੀ ਗਈ, ਉਹ ਪੂਰੇ ਦੇਸ਼ 'ਚ ਹੀ ਇਹ ਹਾਲ ਸੀਗਾ। ਠੀਕ ਹੈ, ਹਾਂ ਕਿਸੇ ਸਰਕਾਰ ਨੂੰ ਬਦਨਾਮ ਕੀਤਾ ਜਾ ਸਕਦਾ ਜੇ ਕੋਈ ਜ਼ਰੂਰੀ ਨਹੀਂ, ਜੇ ਉਹਦੇ ਕੰਮ ਇਹੋ ਜਿਹੇ ਹੋਣ, ਪਰ ਵਿਰੋਧੀਆਂ ਦਾ ਕੰਮ ਹੁਣ ਅੱਜ ਕੱਲ੍ਹ ਉਲਟਾ ਹੀ ਹੋ ਗਿਆ ਕਿ ਕੋਈ ਵੀ ਗੱਲ ਫੜ ਕੇ ਵਿਰੋਧ ਹੀ ਕਰਨਾ ਹੈ। ਠੀਕ ਹੈ, ਚਲੋ ਐਨੀਵੇਜ਼ ਆਪਾਂ ਆਫ ਟਰੈਕ ਨਹੀਂ ਹੁੰਦੇ ਹੈਗੇ ਇਸ ਗੱਲ ਨੂੰ ਲੈ ਕੇ। ਤਾਂ ਮੇਨਲੀ ਕੀ ਹੈ ਕਿ ਇੰਡੀਆ ਨੇ ਕਿਹਦੇ ਨਾਲ ਸਾਈਨ ਕੀਤਾ ਇਹ ਲੈਟਰ ਆਫ ਇੰਟੈਂਟ, ਕਿ ਉਹਨਾਂ ਦੀ ਮਦਦ ਲਈ ਜਾਊਗੀ ਰੀਨਿਊਏਬਲ ਐਨਰਜੀ ਟੈਕਨੋਲੋਜੀ ਨੂੰ ਭਾਰਤ ਦੇ ਵਿੱਚ ਵਿਕਸਿਤ ਕਰਨ ਦੇ ਲਈ ਆਸਟ੍ਰੇਲੀਆ ਦੇ ਨਾਲ। ਆਸਟ੍ਰੇਲੀਆ ਦੇ ਨਾਲ ਇਹ ਸਾਡਾ ਸਮਝੌਤਾ ਹੋਇਆ ਹੈ। ਤੇ ਰੀਨਿਊਏਬਲ ਐਨਰਜੀ ਦੇ ਸਾਡੇ ਜਿਹੜੇ ਮਿਨਿਸਟਰ ਨੇ ਉਹ RK ਸਿੰਘ ਨੇ, ਯਾਦ ਰੱਖਿਓ, ਜਿਹੜੇ ਇਸ ਮਿਨਿਸਟਰੀ ਦੇ ਮੰਤਰੀ ਨੇ। ਅੱਗੇ ਆ ਜਾਓ। ਮੇਨ ਆਬਜੈਕਟਿਵ PM ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ। ਲਓ ਜੀ PM ਗਤੀ ਸ਼ਕਤੀ ਕੀ ਹੈ? ਇਹ ਵੀ ਇੱਕ ਬੜਾ ਜ਼ਬਰਦਸਤ ਪਲਾਨ ਭਾਰਤ ਸਰਕਾਰ ਲੈ ਕੇ ਆਈ ਹੈ, PM ਗਤੀ ਸ਼ਕਤੀ। ਹੁਣ ਦੇਖੋ ਸਾਡੇ ਭਾਰਤ 'ਚ ਪ੍ਰੋਬਲਮ ਕੀ ਹੈ? ਸਾਡੇ ਭਾਰਤ 'ਚ ਕੋਆਰਡੀਨੇਸ਼ਨ ਨਹੀਂ ਹੈਗਾ ਮੰਤਰਾਲਿਆਂ ਦਾ ਆਪਸ ਦੇ ਵਿੱਚ। ਹੁਣ ਤੁਸੀਂ ਕਹੋਗੇ ਕਿਵੇਂ ਦਾ ਕੋਆਰਡੀਨੇਸ਼ਨ ਜੀ? ਹੁਣ ਮੈਂ ਕਹਾਂ ਇੱਕ ਤਾਂ ਰੋਡ ਵਾਲੀ ਮਿਨਿਸਟਰੀ ਹੈ, ਠੀਕ ਹੈ, ਦੂਜੇ ਪਾਸੇ ਇੱਕ ਸਾਡਾ ਮਹਿਕਮਾ ਵਾਟਰ ਸਪਲਾਈ ਵਾਲਾ। 2 ਮਿਨਿਸਟਰੀਆਂ ਹੋ ਗਈਆਂ, ਇੱਕ ਜਲ ਵਾਲੀ ਮਿਨਿਸਟਰੀ ਹੋ ਗਈ, ਜਲ ਸ਼ਕਤੀ ਵਾਲੀ, ਇੱਕ ਮਿਨਿਸਟਰੀ ਹੋ ਗਈ ਵਾਟਰ ਵਾਲੀ। ਬਈ ਰੋਡ ਤਾਜੀ ਅੱਜ ਹੀ ਬਣਾ ਕੇ ਗਏ ਨੇ, ਤੇ ਅਗਲੇ ਦਿਨ ਯਾਦ ਆ ਜਾਂਦਾ ਜਲ ਮਿਨਿਸਟਰੀ ਵਾਲਿਆਂ ਨੂੰ ਵੀ ਇੱਥੇ ਤਾਂ ਅਸੀਂ ਨੇ ਪਾਈਪਲਾਈਨਿੰਗ ਕਰਨੀ ਸੀ, ਉਹਨਾਂ ਨੇ ਪੱਟੀ ਰੋਡ ਉੱਥੋਂ ਦੀ ਆਪਣੇ ਪਾਈਪ ਕੱਢਤੇ, ਮੁੜ ਕੇ ਕਿਹਨੇ ਰੋਡ ਬਣਾਉਣੀ ਹੈ? ਉੱਥੇ ਹੀ ਪਈ ਹੈ। ਤੇ ਸਾਡੇ ਪ੍ਰਧਾਨ ਮੰਤਰੀ ਜਾਂ ਤੁਸੀਂ ਕਹਿ ਲਓ ਦੇਸ਼ ਦੇ, ਇਹਨਾਂ ਨੇ ਸੋਚਿਆ ਵੀ ਕਿਉਂ ਨਾ ਇਹ ਚੀਜ਼ 'ਚ ਕੋਆਰਡੀਨੇਸ਼ਨ ਬਣਾਈ ਜਾਵੇ। ਕੋਈ ਜਦੋਂ ਇੱਕ ਵੱਡਾ ਪ੍ਰੋਜੈਕਟ ਲਾਂਚ ਕਰਨਾ ਤਾਂ ਉਹਦੇ ਪੈਰਲਲ ਜਿਹੜੀਆਂ ਮਿਨਿਸਟਰੀਆਂ ਦਾ ਉੱਥੇ ਕੰਮ ਹੋਊਗਾ ਨਾ, ਸਾਰਿਆਂ ਨੂੰ ਨੌਲੇਜ 'ਚ ਲਿਆਂਦਾ ਜਾਵੇ ਵੀ ਆਹ ਡੇਟ 'ਚ ਆਹ ਕੰਮ ਹੋਣਾਗਾ, ਤਾਂ ਕਿ ਉਹ ਉਸ ਅਕੋਰਡਿੰਗਲੀ ਆਪਣੇ ਕੰਮ ਖਤਮ ਕਰ ਸਕਣ। ਉਹਨੂੰ ਕਹਿੰਦੇ ਆ ਗਤੀ ਸ਼ਕਤੀ ਸਕੀਮ। ਗਤੀ ਸ਼ਕਤੀ ਦੇ ਸਕੀਮ ਦੇ ਤਹਿਤ ਜਿਹੜਾ ਐਵੇਂ ਦਾ ਇਹ ਨਾ ਹੋਵੇ ਕਿ ਕਿਸੇ ਨੇ ਕਮਿਊਨੀਕੇਸ਼ਨ ਵਾਲਿਆਂ ਨੇ ਆਪਦੀ ਫਾਈਬਰ ਵਿਛਾਉਣੀਆਂ, ਮੁੜ ਕੇ ਸੜਕ ਪੱਟੀ ਬੈਠੇ ਨੇ ਸਾਈਡਾਂ ਤੋਂ ਫਾਈਬਰ ਵਿਛਾਉਣ ਲਈ। ਉਹਨਾਂ ਨੂੰ ਪਤਾ ਹੋਊ ਵੀ ਰੋਡ ਮਿਨਿਸਟਰੀ ਨੇ ਹੁਣ ਇੱਥੋਂ ਰੋਡ ਬਣਾਉਣੀ ਆ, ਉਦੋਂ ਪਹਿਲਾਂ ਆਪਣੇ ਆਹ ਸਾਰੇ ਕੰਮ ਨਿਬੇੜ ਕੇ ਰੱਖਣਗੇ। ਤਾਂ ਇਹ ਪਰਪਸ ਲਈ ਕਿਹਦੇ ਲਈ ਹੈ ਇਹ? ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ। ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ PM ਗਤੀ ਸ਼ਕਤੀ ਸਕੀਮ ਆਈ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਬਣਾਇਆ ਜਾਵੇ ਉਹ ਇੱਕ ਵਾਰ ਹੀ ਐਵੇਂ ਬਣਾ ਲਿਆ ਜਾਵੇ ਕਿ ਬਾਰ-ਬਾਰ ਉਹਦੀ ਦੁਰਵਰਤੋਂ ਨਾ ਹੋਵੇ, ਕਿ ਕੋਈ ਦੂਜਾ ਮੰਤਰਾਲਿਆਂ ਨੂੰ ਪੱਟਦਾ ਫਿਰੇ, ਕੁਛ ਹੋਰ ਕਰਦਾ ਫਿਰੇ। ਤਾਂ ਇੰਪੋਰਟੈਂਟ ਹੈ ਇਹ ਗਤੀ ਸ਼ਕਤੀ। ਧਿਆਨ 'ਚ ਰੱਖਿਓ ਕਿ ਗਤੀ ਸ਼ਕਤੀ ਜਿਹੜੀ ਸਕੀਮ ਹੈ ਨੈਸ਼ਨਲ, ਇਹ ਕਿਹਦੇ ਲਈ ਹੈ? ਢਾਂਚੇ ਲਈ, ਬੁਨਿਆਦੀ ਢਾਂਚੇ ਨੂੰ ਵਿਕਾਸ ਕਰਨ ਲਈ ਹੈ, ਇਨਫਰਾਸਟ੍ਰਕਚਰ ਲਈ। ਕਿਹੜਾ ਕੰਟਰੀ ਹੈ ਜਿਹੜਾ ਕੋ-ਹੋਸਟ ਹੋਇਆ UN ਪਲੇਜਿੰਗ ਸਮਿਟ ਐਡਰੈਸ ਦ ਹਿਊਮਨਿਟੇਰੀਅਨ ਕ੍ਰਾਈਸਿਸ ਇਨ ਅਫਗਾਨਿਸਤਾਨ? ਅਫਗਾਨਿਸਤਾਨ ਦੇ ਵਿੱਚ ਜਿਹੜੇ ਮਾਨਵਤਾ ਨੂੰ ਲੈ ਕੇ, ਠੀਕ ਹੈ, ਉਹ ਹੋਇਆ, ਤੁਸੀਂ ਕਹਿ ਲਓਗੇ ਕਿ ਮਨੁੱਖਵਾਦੀ ਸੰਕਟ ਦੇ ਸੰਯੁਕਤ ਰਾਸ਼ਟਰ ਦਾ ਮੇਜ਼ਬਾਨ ਕਿਹੜਾ ਦੇਸ਼ ਸੀਗਾ? ਤਾਂ ਮੇਜ਼ਬਾਨ UK ਸੀ। UK ਨੇ ਹੋਸਟ ਕੀਤਾ ਇਹਨੂੰ ਕਿ ਅਫਗਾਨਿਸਤਾਨ 'ਚ ਜਿਹੜਾ ਇਹਨਾਂ ਧੱਕਾ ਹੋਇਆ ਉਹ ਲੋਕਾਂ ਦੇ ਵਾਸਤੇ, ਠੀਕ ਹੈ। ਇਹ ਇੱਕ UN ਯਾਨੀ ਕਿ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਸਮਿਟ ਹੋਈ ਹੈ, ਉਸ ਸਮਿਟ ਨੂੰ ਹੋਸਟ ਕਰਨ ਵਾਲਾ ਕੰਟਰੀ UK ਆ।
ਉਹਦਾ ਗੋਲ ਕੀ ਸੀ ਸਮਿਟ ਦਾ ਕਿ ਉਹਦੇ ਉੱਤੇ ਵਾਰਤਾਲਾਪ ਕਿ ਜਿਹੜਾ ਅਫਗਾਨਿਸਤਾਨ ਦੇ ਵਿੱਚ ਮਾਨਵਤਾ ਵਾਲਾ ਧੱਕਾ ਹੋਇਆ ਉਸ ਚੀਜ਼ ਨੂੰ ਲੈ ਕੇ ਸੰਵਾਦ ਕਰਨਾ। ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ ਸਕੀਮ ਆਫ ਇਕਨੋਮਿਕ ਐਮਪਾਵਰਮੈਂਟ ਆਫ DNTs ਸੀਡ ਸਕੀਮ? ਬੜਾ ਇੰਪੋਰਟੈਂਟ ਕੁਐਸਚਨ ਆ, ਧਿਆਨ 'ਚ ਰੱਖਿਓ, ਇਹ ਬੜਾ ਜ਼ਰੂਰੀ ਸੀਗਾ। ਹੁਣ ਤੁਸੀਂ ਪੁੱਛੋਗੇ ਕਿਵੇਂ? ਸੀਡ ਦਾ ਮਤਲਬ ਹੈਗਾ, ਇਹ ਬੇਸਿਕਲੀ ਨਾ ਇੱਥੇ ਸਮਝਾਉਣਾ ਤੁਹਾਨੂੰ ਮੈਂ। ਸੀਡ ਮੇਰੇ ਕੋਲੇ ਸੀਡ ਫੁੱਲ ਫਾਰਮ ਦੇ ਵਿੱਚ ਆਉਂਦਾ, ਸੀਡ ਤਾਂ ਸੀਡ ਦੀ ਹੈਗੀ ਹੈ ਫੁੱਲ ਫਾਰਮ ਸਕੀਮ ਫॉर, ਮੇਨਲੀ ਤਾਂ DNTs ਲਈ ਹੈ। DNTs ਕੀ ਨੇ? ਇਹ ਹੈਗੇ ਨੇ ਮੇਰੇ ਕੋਲੇ ਨੋਮੈਡਿਕ ਟ੍ਰਾਈਬਸ, ਡੀ-ਨੋਟੀਫਾਈਡ ਨੋਮੈਡਿਕ ਟ੍ਰਾਈਬਸ। ਹੁਣ ਤੁਸੀਂ ਕਹੋਗੇ ਇਹ ਕੀ ਚੀਜ਼ ਹੈ? ਇਹ ਉਹ ਟ੍ਰਾਈਬਸ ਨੇ ਜਿਹੜੀਆਂ ਇੱਕ ਜਗ੍ਹਾ ਤੇ ਟਿੱਕੇ ਨਹੀਂ ਰਹਿੰਦੀਆਂ, ਨਾ ਇਹਨਾਂ ਦਾ ਕੋਈ ਘਰ ਹੈ ਨਾ ਖੇਤ ਨੇ, ਇਹ ਆਈ ਮਤਲਬ ਟੱਪਰ ਵਾਸੀਆਂ ਵਾਂਗੂ ਤੁਰੀਆਂ ਫਿਰਦੀਆਂ ਰਹਿੰਦੀਆਂ ਨੇ। 1861 ਦੇ ਅਰਾਊਂਡ, 1861 ਕਿ 1700, 1861 ਦੇ ਅਰਾਊਂਡ ਇੱਕ ਐਕਟ ਲਿਆ ਕੇ, ਇਹ DNT ਐਕਟ ਲਿਆ ਕੇ ਇਹਨਾਂ ਨੂੰ ਅੰਗਰੇਜ਼ਾਂ ਨੇ ਕ੍ਰਿਮੀਨਲ ਘੋਸ਼ਿਤ ਕਰਤਾ ਸੀ। ਮਤਲਬ ਇਹਨਾਂ ਦੇ ਵਿੱਚ ਜੇ ਕੋਈ ਬੱਚਾ ਵੀ ਪੈਦਾ ਹੋਊ, ਕੋਈ ਨਵਾਂ ਵੀ ਹੋਊ, ਉਹ ਬੌਰਨ ਕ੍ਰਿਮੀਨਲ ਹੈ, ਇਹਨੂੰ ਕ੍ਰਿਮੀਨਲ ਟ੍ਰਾਈਬ ਬਣਾਤਾ ਸੀ। ਉਸ ਤੋਂ ਬਾਅਦ ਇਹ ਵਿਚਾਰੇ 1947 ਤੱਕ ਐਵੇਂ ਹੀ ਚੱਲਦੇ ਆਏ, ਠੀਕ ਹੈ। ਫਿਰ ਭਾਰਤ ਸਰਕਾਰ ਨੇ ਬੜੇ ਉਪਰਾਲੇ ਕੀਤੇ ਇਹਨਾਂ ਨੂੰ ਇਹ ਅਪਲਿਫਟਮੈਂਟ ਵਾਸਤੇ, ਇਹਨਾਂ ਨੂੰ ਚੱਕਣ ਵਾਸਤੇ। ਇਹਨਾਂ ਦੀ ਹੀ ਮਤਲਬ ਲਾਈਫ ਨੂੰ, ਸਟਾਈਲ ਨੂੰ ਥੋੜਾ ਅਪਲਿਫਟ ਕਰਨ ਵਾਸਤੇ ਹੁਣ ਨਵੀਂ ਸਕੀਮ ਲਿਆਂਦੀ ਆ, ਸੀਡ ਸਕੀਮ। ਤਾਂ ਜੇ ਤੁਸੀਂ ਦੇਖੋਗੇ ਆਹ ਕੰਮ ਤਾਂ ਮਾਨਵਤਾ ਦੀ ਉਹੀ ਹੈ ਕਿ ਭਲਾਈ ਵਾਲਾ ਹੈ, ਤਾਂ ਮਾਨਵਤਾ ਭਲਾਈ ਵਾਲਾ ਕੋਈ ਇਹੋ ਜਿਹਾ ਮਹਿਕਮਾ ਹੀ ਕਰੂਗਾ। ਤਾਂ ਇਹਦਾ ਕੰਮ, ਇਹ ਸੋਸ਼ਲ ਜਸਟਿਸ ਤੇ ਇੰਪਾਵਰਮੈਂਟ ਜਿਹੜੀ ਸਾਡਾ ਮੰਤਰਾਲੇ ਹੈ, ਸਮਾਜਿਕ ਨਿਆਂ ਦੇਣਾ, ਠੀਕ ਹੈ, ਤੇ ਸ਼ਕਤੀਕਰਨ ਵਾਲਾ ਜਿਹੜਾ ਮੰਤਰਾਲੇ ਹੈ ਉਹਦਾ ਕੰਮ ਹੈ ਇਹ। ਉਹ ਇਸ ਸਕੀਮ ਨੂੰ ਲੈ ਕੇ ਆਇਆ, ਸੀਡ ਨੂੰ। ਇੰਪੋਰਟੈਂਟ ਕੁਐਸਚਨ ਹੈ, ਮਾਰਕ ਕਰ ਲਿਓ, ਧਿਆਨ 'ਚ ਰੱਖਿਓ। ਲਓ ਜੀ ਅੱਗੇ ਆ ਜਾਓ। What is the name of Earth companion following the same path around the sun and Earth? मैं पुराने ਲੈਕਚਰਾਂ 'ਚ ਸਮਝਾ ਚੁੱਕਿਆ, ਉਹਨੂੰ ਅਸੀਂ ਕੀ ਬੋਲਦੇ ਹਾਂ? ਅਰਥ ਟਰੋਜਨ। ਅਰਥ ਟਰੋਜਨ ਉਹ ਚੀਜ਼ ਹੁੰਦੀ ਹੈ ਜਿਹੜੇ ਪਾਥ ਦੇ ਵਿੱਚ ਅਰਥ ਘੁੰਮ ਰਿਹਾ ਸੇਮ ਪਾਥ ਫੋਲੋ ਕਰੇ, ਠੀਕ ਹੈ। ਤਾਂ ਮੈਨੂੰ ਨਹੀਂ ਲੱਗਦਾ ਮੈਂ ਇਹਦੇ ਤੇ ਟਾਈਮ ਖਰਾਬ ਕਰਾਂ, ਕਿਉਂਕਿ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ ਪਿਛਲੇ ਲੈਕਚਰਾਂ ਦੇ ਵਿੱਚ ਕਿ ਟਰੋਜਨ ਕੀ ਚੀਜ਼ ਹੁੰਦੀ ਹੈ। ਹੁਣ ਕਿਹੜੇ ਇੰਸਟੀਟਿਊਸ਼ਨ ਨੇ ਫਿਨਟੈਕ ਓਪਨ ਮੰਥ ਲਾਂਚ ਕੀਤਾ? ਠੀਕ ਹੈ, ਇਹ ਹੈਗਾ ਨੀਤੀ ਆਯੋਗ। ਯਾਨੀ ਕਿ ਜਿਹੜੀਆਂ ਫਾਈਨੈਂਸ਼ੀਅਲ ਟਰਮਸ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਵੇਂ ਦੇਸ਼ ਦੇ ਵਿੱਚ ਫਾਈਨੈਂਸ਼ੀਅਲ ਇਨਕਲੂਜਨ ਲਿਆਂਦੀ ਜਾ ਸਕਦੀ ਆ। ਫਾਈਨੈਂਸ਼ੀਅਲ ਇਨਕਲੂਜਨ ਦਾ ਮਤਲਬ ਹੁੰਦਾ ਕਿ ਪੂਰੇ ਦੇਸ਼ ਨੂੰ ਬੈਂਕਿੰਗ ਸੈਕਟਰ ਨਾਲ ਜਾਂ ਹੋਰ ਇੰਸ਼ੋਰੈਂਸ ਸੈਕਟਰ ਨਾਲ, ਇਹੋ ਜਿਹੀ ਐਪਲੀਕੇਸ਼ਨਾਂ ਨਾਲ ਕਿਵੇਂ ਜੋੜਿਆ ਜਾਵੇ ਦੇਸ਼ ਨੂੰ। ਜਿਵੇਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਚਲਾਈ, ਖਾਤੇ ਖੁਲਵਾਏ ਸਭ ਦੇ ਬੈਂਕਿੰਗ ਸੈਕਟਰ ਨਾਲ, ਕਿੰਨੇ ਲੱਖਾਂ ਕਰੋੜਾਂ ਲੋਕਾਂ ਨੂੰ ਜੋੜਿਆ ਗਿਆ। ਤਾਂ ਇਹੋ ਜਿਹੀਆਂ ਉਹਦੇ ਤੇ ਚਰਚਾ ਕਰਨ ਵਾਸਤੇ ਫਿਨਟੈਕ ਓਪਨ ਮੰਥ ਜਿਹੜਾ ਸੀਗਾ, ਇਹ ਕਿਹਨੇ ਲਾਂਚ ਕੀਤਾ? ਇਹ ਨੀਤੀ ਆਯੋਗ ਨੇ ਲਾਂਚ ਕੀਤਾ। ਬਸ ਇੰਨਾ ਹੀ ਯਾਦ ਰੱਖਿਓ ਕਿਹਨੇ ਲਾਂਚ ਕੀਤਾ, ਇਹੀ ਚੀਜ਼ ਇੰਪੋਰਟੈਂਟ ਹੈ। Who is the head of Apex committee that will guide G20 secretariat establishment in India? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਮਿੰਗ ਆਉਣ ਵਾਲੇ ਸਾਲ ਦੇ ਵਿੱਚ G20 ਨੂੰ ਭਾਰਤ ਹੋਸਟ ਕਰਨ ਜਾ ਰਿਹਾ। ਹੁਣ ਕਿਹਨੇ ਹੋਸਟ ਕੀਤਾ? ਹੁਣ ਇੰਡੋਨੇਸ਼ੀਆ ਨੇ ਹੋਸਟ ਕੀਤਾ ਜਕਾਰਤਾ ਦੇ ਵਿੱਚ। ਉਹਦੇ ਲਈ ਭਾਰਤ ਦੀ ਇੱਕ ਟੀਮ ਬਣਾਈ ਗਈ ਹੈ ਜਿਹਦੇ ਵਿੱਚ ਹੈੱਡ ਕਰ ਰਿਹਾ ਉਹਨੂੰ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਖੁਦ। ਇਹ ਤੋਂ ਇਲਾਵਾ ਉਹਦੇ ਵਿੱਚ ਫਾਈਨਾਂਸ ਮਿਨਿਸਟਰ ਵੀ ਹੈ, ਹੋਮ ਮਿਨਿਸਟਰ ਵੀ ਹੈ, ਤੇ ਐਕਸਟਰਨਲ ਅਫੇਅਰ ਮਿਨਿਸਟਰ ਵੀ ਹੈ ਜਿਹੜਾ ਸਾਡਾ ਉਹ ਜੈ ਸ਼ੰਕਰ, ਠੀਕ ਹੈ, ਤੇ G20 ਸ਼ੇਰਪਾ ਵੀ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ G20 ਸ਼ੇਰਪਾ ਕੌਣ ਹੈ? ਐਂ ਵੀ ਦੱਸ ਦੇਣਾ ਕਮਰਸ ਤੇ ਇੰਡਸਟਰੀ ਮਿਨਿਸਟਰ ਹੈ ਸਾਡਾ, ਉਹ G20 ਸ਼ੇਰਪਾ। ਹੁਣ G20 ਸ਼ੇਰਪਾ ਕੀ ਹੁੰਦਾ? ਜਿਹੜਾ G20 ਦੇ ਵਿੱਚ ਜਾ ਕੇ ਸਾਨੂੰ ਪ੍ਰੈਜ਼ੈਂਟ ਕਰਦਾ ਹੈ, ਜਾ ਕੇ ਸਾਡੀ ਜਗ੍ਹਾ ਤੇ ਬੋਲਦਾ ਹੈ। ਜਦੋਂ G20 ਮੀਟਿੰਗਾਂ 'ਚ ਜਾ ਕੇ, ਵੈਸੇ ਤਾਂ ਬਹੁਤ ਵਾਰ ਤਾਂ ਪ੍ਰਧਾਨ ਮੰਤਰੀ ਹੋ ਜਾਂਦਾ, ਪਰ ਕਈ ਵਾਰ ਉਹਨੂੰ ਉਹ ਮੇਨ ਸ਼ੇਰਪਾ ਬਣਾਇਆ ਹੋਇਆ ਵੀ ਇਹ ਜਾ ਕੇ ਗੱਲਬਾਤ ਰੱਖੂ ਸਾਡੇ ਦੇਸ਼ ਦੀ। ਪੀਯੂਸ਼ ਗੋਇਲ ਹੈ ਜਿਹੜੇ ਕਮਰਸ ਤੇ ਇੰਡਸਟਰੀ ਮਿਨਿਸਟਰ ਨੇ, ਜਿਹੜੇ G20 ਸ਼ੇਰਪਾ ਨੇ। ਤੁਹਾਡੇ ਤੋਂ ਕੁਐਸਚਨ ਡਾਇਰੈਕਟ ਪੁੱਛਿਆ ਜਾ ਸਕਦਾ ਕਿ ਭਾਰਤ ਦੇ ਵਿੱਚ G20 ਸ਼ੇਰਪਾ ਐਟ ਪ੍ਰੈਜ਼ੈਂਟ ਕੌਣ ਹੈ? ਤਾਂ ਕੌਣ ਹੈ? ਪੀਯੂਸ਼ ਗੋਇਲ। ਇਹ ਕੁਐਸਚਨ ਦਾ ਆਨਸਰ ਕੀ ਹੋ ਗਿਆ? ਕੌਣ ਹੈੱਡ ਕਰ ਰਿਹਾ ਇਸ ਕਮੇਟੀ ਨੂੰ? ਪ੍ਰਧਾਨ ਮੰਤਰੀ। ਬਾਕੀ ਕਿਹੜੇ ਕਿਹੜੇ ਬੰਦੇ ਨੇ ਤੁਹਾਡੇ ਸਾਹਮਣੇ ਮੈਂ ਦੱਸਦੇ ਕਿ ਆਹ ਬੰਦੇ ਨੇ, ਫਾਈਨਾਂਸ ਮਿਨਿਸਟਰ ਹੈ, ਹੋਮ ਮਿਨਿਸਟਰ ਹੈ, ਐਕਸਟਰਨਲ ਅਫੇਅਰ ਹੈ, ਤੇ G20 ਸ਼ੇਰਪਾ ਹੈ। ਲਓ ਜੀ ਅਗਲੇ ਸਵਾਲ ਤੇ ਚੱਲਦੇ ਹਾਂ। ਹਾਂਜੀ, ਕੁਐਸਚਨ ਅਗਲਾ ਆ ਗਿਆ, ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਨੂੰ ਵੰਡਣਾ ਕਸ਼ੀ ਪੈਨਲ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਸੇਬੀ ਦੁਆਰਾ ਲਾਜ਼ਮੀ ਕੀਤਾ ਗਿਆ। ਮਤਲਬ ਤੁਸੀਂ ਨੇ ਇਹ ਦੱਸਣਾ ਕਿਹੜੀ ਆਉਣਾ ਸੀ, ਉੱਥੇ ਗਲਤੀ ਨਾਲ ਲਿਖਿਆ ਗਿਆ ਕਿ ਸਪਲਿਟਿੰਗ ਦਾ ਪੋਸਟ ਆਫ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਵਾਜ਼ ਮੈਂਡੇਟਡ ਬਾय ਸੇਬੀ। ਸੇਬੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕੀ ਹੈ, ਠੀਕ ਹੈ। ਸਿਕਿਉਰਿਟੀਜ਼
एंड एक्सचेंज बोर्ड ऑफ इंडिया, एक्सचेंज बोर्ड ऑफ इंडिया। जिन्नी साडी मार्केट है, शेयर मार्केट है, शेयर हो गए, डिबेंचर्स हो गए, म्यूचुअल फंड हो गए, ਇਹਦੇ ਤੇ ਦੋ ਤਿੰਨ ਜਿਵੇਂ ਸਾਡੇ ਦੇਸ਼ ਦੇ ਵਿੱਚ ਇੱਕ BSE ਹੈ ਐਕਸਚੇਂਜ, ਇੱਕ MSE ਐਕਸਚੇਂਜ ਹੈ, ਇਹਨਾਂ ਸਾਰਿਆਂ ਨੂੰ ਇਹ ਚੀਜ਼ ਨੂੰ ਮਾਰਕੀਟ ਨੂੰ ਰੈਗੂਲੇਟ ਕਰਨ ਦਾ ਕੰਮ ਸੇਬੀ ਕਰਦਾ ਹੈ। ਜਿਵੇਂ ਬੈਂਕਾਂ ਨੂੰ ਰੈਗੂਲੇਟ ਕੌਣ ਕਰਦਾ ਹੈ? RBI ਕਰਦਾ। ਇਹਨਾਂ ਨੂੰ ਰੈਗੂਲੇਟ ਕੌਣ ਕਰਦਾ? ਸੇਬੀ। ਤੁਸੀਂ ਕਮੈਂਟ ਬਾਕਸ 'ਚ ਮੈਨੂੰ ਦੱਸਣਾ ਕਿ ਸੇਬੀ ਦਾ ਚੇਅਰਮੈਨ ਐਟ ਪ੍ਰੈਜ਼ੈਂਟ ਕੌਣ ਹੈ? ਐਟ ਪ੍ਰੈਜ਼ੈਂਟ ਹੂ ਇਜ਼ ਦਾ ਚੇਅਰਮੈਨ ਆਫ ਸੇਬੀ? ਤਾਂ ਸੇਬੀ ਨੇ ਇੱਕ ਕਮੇਟੀ ਬਣਾਈ, ਉਹ ਕਮੇਟੀ ਨੇ ਕੀ ਰეკਮੈਂਡੇਸ਼ਨਾਂ ਦਿੱਤੀਆਂ ਵੀ ਤੁਸੀਂ ਕੰਪਨੀਆਂ ਦੇ ਵਿੱਚ ਨਾ ਇੱਕ ਪੋਸਟ ਹੁੰਦੀ ਹੈ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੀ। ਹਨ ਤਾਂ ਇਹ ਦੋਨੋਂ MD ਤੇ ਚੇਅਰਮੈਨ ਅਲੱਗ-ਅਲੱਗ ਪੋਸਟਾਂ। ਜ਼ਿਆਦਾਤਰ ਕੰਪਨੀਆਂ ਕੀ ਕਰਦੀਆਂ? ਪੈਸੇ ਹੀ ਬਚਾਉਣੇ ਹੁੰਦੇ ਨੇ, ਠੀਕ ਆ, ਦੋ ਨੂੰ ਦੇਣਗੇ, ਅੱਡ-ਅੱਡ ਬੰਦੇ ਰੱਖਣਗੇ ਟੌਪ ਦੇ, ਉਨੀ ਤਨਖਾਹ ਦੇਣੀ ਪਊ, ਇੱਕੋ ਬੰਦੇ ਨੂੰ ਹੀ ਦੋਏ ਪੋਸਟਾਂ ਦੇ ਦਿੰਦੇ ਨੇ। ਪਰ ਇਸ ਕਮੇਟੀ ਨੇ ਰეკਮੈਂਡ ਕੀਤਾ ਕਿ ਇਹ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਨੇ ਹਰ ਕੰਪਨੀਆਂ ਦੇ ਵਿੱਚ। ਇਹ ਕਿਹੜੀ ਕਮੇਟੀ ਨੇ ਰეკਮੈਂਡ ਕੀਤਾ? ਇਹ ਕੀਤਾ ਉਦੇ ਕੋਟਕ ਕਮੇਟੀ ਨੇ, ਜਾਂ ਉਦੇ ਕੋਟਕ ਪੈਨਲ ਨੇ ਇਹ ਗੱਲ ਬੋਲੀ ਹੈ ਕਿ ਤੁਹਾਨੂੰ ਇਹ ਇੰਪਲੀਮੈਂਟ ਕਰਨਾ ਚਾਹੀਦਾ ਦੇਸ਼ ਦੇ ਵਿੱਚ। ਅੱਗੇ ਆ ਜਾਓ, INSA-CoG is SARS-CoV-2 genomics consortium of which country? ਕਿਹੜੇ ਦੇਸ਼ ਦਾ? ਭਾਰਤ ਦਾ ਕੰਸੋਰਟੀਅਮ ਆ। ਕੀ ਚੀਜ਼ ਆ ਪੜ੍ਹਦੇ ਆ ਇਹਦੇ ਬਾਰੇ ਆਪਾਂ। ਕਹਿੰਦਾ INSA-CoG ਇੰਡੀਆ ਦਾ SARS-CoV ਦਾ ਜੀਨੋਮਿਕ ਕੰਸੋਰਟੀਅਮ ਆ, ਨੈਟਵਰਕ ਆ ਲੈਬੋਰਟਰੀਜ਼ ਦਾ ਫॉर ਜੀਨੋਮਿਕ ਸੀਕੁਐਂਸਿੰਗ ਐਂਡ ਸਰਵੇਲੈਂਸ। ਰੀਸੈਂਟਲੀ ਇੰਡੀਆ ਨੇ ਅਨਾਊਂਸ ਕੀਤਾ ਇਟ ਇਜ਼ ਰੈਡੀ ਟੂ ਐਕਸਟੈਂਡ ਇਟਸ INSA। ਇਹਦੀ ਫੁੱਲ ਫਾਰਮ ਇਹ ਹੈ, ਦੇਖੋ ਜੇ ਤੁਸੀਂ ਦੇਖ ਸਕਦੇ ਹੋ ਕਿ SARS-CoV-2 ਜੀਨੋਮਿਕਸ ਕੰਸੋਰਟੀਅਮ ਮਤਲਬ ਕੁੱਲ ਮਿਲਾ ਕੇ ਕੀ ਹੈ, ਤੁਹਾਨੂੰ ਮੈਂ ਸਮਝਾਉਣਾ ਗੱਲ ਕੀ ਹੈ। ਹੁਣ COVID-19 ਦੇ ਵੱਖਰੇ ਵੱਖਰੇ ਵੇਰੀਐਂਟ ਆ ਰਹੇ ਨੇ ਆਪਣੇ ਕੋਲੇ, ਠੀਕ ਹੈ। ਤੁਸੀਂ ਦੇਖਿਆ ਕਿ ਕਿਤੇ ਓਮਿਕਰੋਨ ਆ ਜਾਂਦਾ ਹੈ, ਕਿਤੇ ਕੋਈ XYZ ਦੂਜਾ ਆ ਜਾਂਦਾ ਹੈ, ਕਿਤੇ ਕੁਛ। ਹੁਣ ਇਹਨਾਂ ਦੇ ਇਹ ਸਾਰਿਆਂ ਦਾ ਪਤਾ ਕਿਵੇਂ ਲਾਇਆ ਜਾਵੇ? ਇਹਨਾਂ ਦਾ ਪਤਾ ਲੱਗਦਾ DNA ਸੀਕੁਐਂਸਿੰਗ ਦੇ ਥਰੂ, ਕਿ ਇਹਨਾਂ ਦੀ DNA ਸੀਕੁਐਂਸਿੰਗ ਕੀਤੀ ਜਾਂਦੀ ਹੈ ਲੈਬ ਦੇ ਵਿੱਚ। ਉੱਥੋਂ ਪਤਾ ਲੱਗਦਾ ਵੀ ਜਿਹੜਾ ਨਵਾਂ ਵਾਇਰਸ ਫੜਿਆ ਇਹ ਪਹਿਲਾਂ ਨਾਲੋਂ ਤਾਂ ਹੋਰ ਤਰ੍ਹਾਂ ਨਾਲ ਬਿਹੇਵ ਕਰ ਰਿਹਾ, ਇਹਦੀ ਸੀਕੁਐਂਸਿੰਗ ਅਲੱਗ ਹੈ। ਤਾਂ DNA ਸੀਕੁਐਂਸਿੰਗ ਕਰਕੇ ਰੱਖੀ ਜਾਂਦੀ ਹੈ ਤਾਂ ਕਿ ਇਹਦੇ ਤੋਂ ਹੀ ਅੱਗੇ ਦਵਾਈ ਤਿਆਰ ਕੀਤੀ ਜਾਂਦੀ ਹੈ, ਵੈਕਸੀਨ ਤਿਆਰ ਕੀਤੀ ਜਾਂਦੀ ਹੈ। ਭਾਰਤ ਨੇ ਵੀ ਇੱਕ ਇੱਦਾਂ ਦਾ SARS-CoV ਨੂੰ ਲੈ ਕੇ ਇੱਕ ਕੰਸੋਰਟੀਅਮ ਬਣਾਇਆ ਹੋਇਆ, ਲੈਬ ਹੈ, ਲੈਬੋਰਟਰੀਜ਼ ਦਾ ਨੈਟਵਰਕ ਹੈ, ਜਿਹਦੇ ਵਿੱਚ ਇਹਨਾਂ ਦੀ ਸੀਕੁਐਂਸ ਕਰਕੇ ਇੱਕ ਡਾਟਾ ਇਕੱਠਾ ਕਰਿਆ ਜਾ ਰਿਹਾ। ਉਹਦਾ ਨਾਮ ਆ INSA-CoG। ਤਾਂ ਕਿਹਦਾ ਇਹ INSA-CoG? ਇਟ ਇਜ਼ ਫॉर ਇੰਡੀਆ। ਇੰਡੀਆ ਨੇ ਇਹ ਕੰਮ ਕੀਤਾ ਹੈ, ਮਤਲਬ ਇਹ ਡਾਟਾ ਇਕੱਠਾ ਕਰ ਰਿਹਾ ਇੰਡੀਆ। ਇੰਡੀਆ ਹੈਜ਼ ਐਡਵਾਈਜ਼ਡ ਇਟਸ ਸਿਟੀਜ਼ਨਸ ਇਨ ਵਿਚ ਕੰਟਰੀ ਟੂ ਕੰਸੀਡਰ ਲਿਵਿੰਗ ਟੈਂਪਰੇਰੀਲੀ। ਮੈਨੂੰ ਲੱਗਦਾ ਆਸਾਨ ਹੈ। ਭਾਰਤ ਨੇ, ਪੁਰਾਣਾ ਸਵਾਲ ਹੈ, ਹੁਣ ਤਾਂ ਬਹੁਤ ਪੁਰਾਣਾ ਹੋ ਗਿਆ, ਯੂਕਰੇਨ 'ਚ ਬੋਲਿਆ ਸੀਗਾ। ਤੇ ਮੈਨੂੰ ਦੱਸ ਸਕਦਾ ਕੋਈ ਕਿ ਯੂਕਰੇਨ ਦੇ ਵਿੱਚੋਂ ਭਾਰਤੀਆਂ ਨੂੰ ਕੱਢਣ ਵਾਸਤੇ ਭਾਰਤ ਨੇ ਕਿਹੜਾ ਆਪਰੇਸ਼ਨ ਲਾਂਚ ਕੀਤਾ? ਤਾਂ ਆਪਰੇਸ਼ਨ ਦਾ ਨਾਮ ਹੈਗਾ ਆਪਰੇਸ਼ਨ ਗੰਗਾ। ਆਪਰੇਸ਼ਨ ਗੰਗਾ ਦੇ ਤਹਿਤ ਯੂਕਰੇਨ ਦੇ ਵਿੱਚੋਂ ਜਿਹੜੇ ਫਸੇ ਹੋਏ ਭਾਰਤੀ ਵਿਦਿਆਰਥੀ ਸੀ ਖਾਸ ਕਰਕੇ, ਉਹਨਾਂ ਨੂੰ ਉੱਥੋਂ ਕੱਢਿਆ ਗਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇਹ ਕੁਐਸਚਨ ਤਾਂ ਮੈਨੂੰ ਲੱਗਦਾ ਪੁਰਾਣਾ ਹੋ ਗਿਆ, ਹੁਣ ਉਹ ਜ਼ਿਆਦਾ ਨਵਾਂ ਸੀਗਾ ਕਿ ਗੰਗਾ ਯਾਦ ਰੱਖਿਓ। ਕਿਹੜੀ ਮੰਤਰਾਲੇ ਨੇ ਹੁਣੇ ਅਨਾਊਂਸ ਕੀਤਾ ਇਨੀਸ਼ੀਏਟਿਵ ਪੈਨ ਇੰਡੀਆ 3D ਮੈਪਸ? ਪੂਰੀ ਇੰਡੀਆ ਦਾ 3D ਮੈਪ ਬਣਾਇਆ ਜਾਵੇ, 3 ਡਾਇਮੈਂਸ਼ਨਲ ਮੈਪ, ਜਿਵੇਂ ਤੁਹਾਨੂੰ ਮੈਂ ਪਿੱਛੇ ਸਮਝਾਉਂਦਾ ਸੀਗਾ ਕਿ 3D ਮੈਪ ਦੇ ਥਰੂ ਪੂਰੇ ਇੰਡੀਆ ਦਾ ਇਹ ਕਵਰ ਕੀਤਾ ਜਾ ਸਕੇ ਵੀ ਇੱਥੇ ਆਹ ਫਲਾਣੀ ਜਗ੍ਹਾ, ਇੱਥੇ ਸਾਡੇ ਕੀ ਨੇ? ਕੋਲ ਰਿਜ਼ਰਵ ਨੇ। ਆਹ ਜਗ੍ਹਾ ਇੱਥੇ ਸਾਡੀ ਮਾਈਨਿੰਗ ਹੈ, ਆਹ ਜਗ੍ਹਾ ਇੱਥੇ ਕੋਲ ਮਾਈਨਿੰਗ ਹੁੰਦੀ ਹੈ, ਇੱਥੇ ਫਲਾਣੀ ਚੀਜ਼ ਹੁੰਦੀ ਹੈ, ਇੱਥੇ ਸਾਡੇ ਤੇਲ ਦੇ ਰਿਜ਼ਰਵ ਨੇ। ਉਹ 3D ਦੇ ਥਰੂ ਮੈਪ ਦੇ ਵਿੱਚ ਅਸੀਂ ਡਿਟੈਕਟ ਕਰ ਪਾਈਏ, ਠੀਕ ਹੈ। ਇਹ ਕਿਹਦਾ ਕੰਮ ਹੈ? ਇਹ ਹੈਗਾ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਦਾ। ਜਿਹੜਾ ਸਾਡਾ ਸਾਇੰਸ ਤੇ ਟੈਕਨੋਲੋਜੀ ਵਾਲਾ ਮੰਤਰਾਲੇ ਹੈ, ਉਹ ਇਹ ਇਨੀਸ਼ੀਏਟਿਵ ਪੈਨ ਇੰਡੀਆ 3D ਮੈਪਸ ਬਣਾਉਣ ਲੱਗਿਆ ਹੋਇਆ, ਠੀਕ ਹੈ। ਕਿਹਦੀ ਮਦਦ ਦੇ ਨਾਲ? ਓਬਵੀਅਸਲੀ ਇਹ ਕੰਮ ਕਿਹਦੀ ਮਦਦ ਨਾਲ ਹੋ ਸਕਦਾ? ਸੈਟੇਲਾਈਟਸ ਦੀ ਮਦਦ ਦੇ ਨਾਲ ਹੀ ਹੋ ਸਕਦਾ ਹੈ, ਠੀਕ ਹੈ। ਤਾਂ ਆਹ ਇੱਕ ਸਕੀਮ ਲਿਆਂਦੀ ਸੀ ਸਵਾਮੀਤਵਾ ਸਕੀਮ ਦੇ ਤਹਿਤ ਸਰਕਾਰ ਨੇ ਕੀ ਕੀਤਾ ਸੀ ਕਿ ਸੈਟੇਲਾਈਟਸ ਦੇ ਥਰੂ ਪੂਰੇ ਭਾਰਤ ਦੀਆਂ ਜ਼ਮੀਨਾਂ ਨੂੰ ਰੈਕੋਗਨਾਈਜ਼ ਕੀਤਾ ਸੀ ਵੀ ਹਾਂ ਉਹਨਾਂ ਨੂੰ ਮਤਲਬ ਉਹਦੇ ਤੇ ਲੈ ਕੇ ਆਏ ਸੀਗੇ ਆਨਲਾਈਨ। ਤੁਸੀਂ ਕਹਿ ਸਕਦੇ ਹੋ ਕਿ ਡਿਜੀਟਲੀ ਲੈ ਕੇ ਆਏ ਸੀਗੇ ਪੂਰਾ ਜ਼ਮੀਨਾਂ ਦਾ, ਲੈਂਡ ਦਾ ਕੰਸੈਪਟ ਸੀ ਜਿਹੜਾ ਸਵਾਮੀਤਵਾ ਦੇ ਤਹਿਤ। ਮਤਲਬ ਜਿਹੜੀਆਂ ਹਰ ਸਟੇਟਸ ਨੇ ਸਾਡੀ, ਜਿਵੇਂ ਸਟੇਟ ਦੇ ਵਿੱਚ ਤੁਸੀਂ ਕਹਿ ਲਓ ਆ ਲਾਲ ਲਕੀਰ ਸਕੀਮ ਆਈ ਜਾਂ ਹੋਰ ਆਈ, ਉਹ ਸਾਰੀ ਇਹਦੇ ਤਹਿਤ ਹੀ ਉਹਦੀ ਮੈਪਿੰਗ ਕਿਵੇਂ ਕਰੀ ਗਈ ਵੀ ਕਿਹੜਾ ਕਿਹਦੇ ਨਾਲ ਬੋਲਦਾ ਨਹੀਂ ਬੋਲਦਾ, ਉਹ ਸਵਾਮੀਤਵਾ ਸਕੀਮ ਦੇ ਤਹਿਤ ਹੀ ਕਰੀ ਗਈ ਸੀਗੀ। ਤਾਂ ਇਹਦੀ ਉਹ ਮਦਦ ਲਈ ਗਈ ਹੈ ਇਸ ਚੀਜ਼ ਵਾਸਤੇ, 3D ਮੈਪਸ ਬਣਾਉਣ ਵਾਸਤੇ। ਲਓ ਜੀ ਅੱਗੇ ਆ ਜਾਓ।
ਕਿਹੜਾ ਇੰਸਟੀਟਿਊਸ਼ਨ ਹੈ ਜਿਹਨੇ ਡਿਵੈਲਪ ਕੀਤੀ ਹੈ ਇੱਕ ਪ੍ਰੋਗਰਾਮਿੰਗ ਲੈਂਗੁਏਜ, ਨਾਮ ਹੈਗਾ ਉਸ ਲੈਂਗੁਏਜ ਦਾ ਅਟੈਂਜ਼ਰ ਲੈਂਗੁਏਜ। ਇੰਪੋਰਟੈਂਟ ਆ ਬਈ, ਬੜਾ ਇੰਪੋਰਟੈਂਟ ਕੁਐਸਚਨ ਹੈ। ATL ਅਟੈਂਜ਼ਰ ਲੈਂਗੁਏਜ ਫੁੱਲ ਫਾਰਮ ਯਾਦ ਕਰ ਲਓ। ਕੰਪਿਊਟਰ ਦੇ ਵਿੱਚ ਜਿਹੜੇ PSSB ਵਾਲੇ ਬੈਠੇ ਹੋਣਗੇ ਸਿੱਧਾ ਸਵਾਲ ਬਣ ਸਕਦਾ। ਫॉर ਹਾਈ ਪਰਫਾਰਮੈਂਸ ਕੰਪਿਊਟਰਸ, ਜਿਹੜੇ ਬਹੁਤ ਹਾਈ ਪਰਫਾਰਮੈਂਸ ਵਾਲੇ ਕੰਪਿਊਟਰਸ ਨੇ, ਜਿਵੇਂ ਸੁਪਰ ਕੰਪਿਊਟਰਸ ਹੁੰਦੇ ਨੇ, ਕਿੰਨੇ ਸੁਪਰ ਕੰਪਿਊਟਰ ਨੇ, ਪ੍ਰਤਿਊਸ਼ ਹੈ, ਫਲਾਣਾ, ਕਿੰਨੇ ਨਵੇਂ ਆਉਂਦੇ ਨੇ, ਫੁਗਾਕੂ ਸਭ ਤੋਂ ਤੇਜ਼ ਜਾਪਾਨ ਵਾਲਾ ਸੁਪਰ ਕੰਪਿਊਟਰ ਹੁਣੀ ਪਿੱਛੇ ਜੇ ਆਇਆ ਸੀਗਾ। ਮਤਲਬ ਉਹ ਸਾਰਿਆਂ ਦੇ ਲਈ ਬੇਸਿਕਲੀ ਹਾਈ ਸਪੀਡ ਕੰਪਿਊਟਰਸ ਦੇ ਲਈ ਹੀ ਇੱਕ ਲੈਂਗੁਏਜ ਤਿਆਰ ਕਰੀ ਗਈ ਹੈ, ਇਹ ਹੈਗੀ ਆ ATL। ਤੇ ਇਸ ਲੈਂਗੁਏਜ ਨੂੰ ਬਣਾਇਆ MIT ਨੇ। MIT ਕਿੱਥੇ ਹੈਗੀ? US ਦੇ ਵਿੱਚ। ਆ ਜਗ੍ਹਾ ਹੀ ਇਹਦਾ ਨਾਮ ਹੀ ਹੈ ਜਿਹੜਾ ਅੱਗੇ ਲਿਖਿਆ ਹੋਇਆ ਮੈਸੇਚਿਉਸੇਟਸ, ਤੇ ਇਹਦੇ ਵਿੱਚ MIT US ਦੇ ਵਿੱਚ ਹੈ। ਇਹ ਵੈਸੇ ਵੀ ਤੁਸੀਂ ਜਦੋਂ ਉਹ ਪੜ੍ਹਦੇ ਹੋ ਨਾ ਕਿ ਪੂਰੀ ਦੁਨੀਆ ਦੇ ਵਿੱਚ ਕਿਹਦਾ ਰੈਂਕ 1 ਆ ਯੂਨੀਵਰਸਿਟੀ ਦਾ, ਕਿਹੜਾ 2 ਆ, ਤੁਸੀਂ ਇਹਦਾ ਰੈਂਕ 1 ਪੜ੍ਹਦੇ ਹੋਵੋਗੇ। MIT ਹਰ ਵਾਰ ਪਹਿਲੇ ਰੈਂਕ ਤੇ ਹੁੰਦੀ ਹੈ, ਜਾਂ ਆਕਸਫੋਰਡ ਹੁੰਦੀ ਹੈ, ਜ਼ਿਆਦਾਤਰ MIT ਹੁੰਦੀ ਹੈ। ਇਹਨਾਂ ਦੁਆਰਾ ਹੀ ਇਹ ਬਣਾਈ ਗਈ ਆ। ਮੋਸਟ ਇੰਪੋਰਟੈਂਟ ਕੁਐਸਚਨ ਹੋ ਗਿਆ ਆਪਣੇ ਲਈ, ਕਿਹਨੇ ਬਣਾਈ ਆ, ਨਾਮ ਕੀ ਆ ਲੈਂਗੁਏਜ ਦਾ, ਕਾਹਦੇ ਲਈ ਬਣਾਈ ਗਈ ਹੈ। ਮੈਂ ਉਮੀਦ ਕਰਦਾ ਕਲੀਅਰ ਹੋ ਗਿਆ ਹੋਊ। ਕਿਹੜੇ ਮੰਤਰਾਲੇ ਨੇ ਹੁਣੇ ਰਿਲੀਜ਼ ਕੀਤਾ ਡਰਾਫਟ ਇੰਟੀਗ੍ਰੇਟਿਡ ਪਲਾਂਟ ਨਿਊਟ੍ਰੀਸ਼ਨ ਮੈਨੇਜਮੈਂਟ ਬਿੱਲ? ਠੀਕ ਹੈ, ਜਿਵੇਂ ਪਲਾਂਟ ਨਿਊਟ੍ਰੀਸ਼ਨ ਮੈਨੇਜਮੈਂਟ ਬਿੱਲ ਜਿਹੜਾ ਹੈਗਾ ਇਹ ਕੈਮੀਕਲ ਫਰਟੀਲਾਈਜ਼ਰਸ ਦਾ। ਕਿਉਂ? ਇਹਨਾਂ ਨੇ ਹੁਣੇ ਜਿੰਨੇ ਵੀ ਇਹ ਨਿਊਟ੍ਰੀਸ਼ਨ ਮੈਨੇਜਮੈਂਟ ਬਿੱਲ ਲੈ ਕੇ ਆਏ ਨੇ, ਇਹਦੇ ਵਿੱਚ ਕੀ ਪ੍ਰਪੋਜ਼ ਕੀਤਾ ਗਿਆ? ਇਟ ਐਮਪਾਵਰ ਟੂ ਫਿਕਸ ਦਾ ਮੈਕਸਿਮਮ ਸੈਲਿੰਗ ਪ੍ਰਾਈਸ ਆਫ ਫਰਟੀਲਾਈਜ਼ਰਸ ਐਂਡ ਕੰਟਰੋਲ ਇਟਸ ਕੁਆਲਿਟੀ ਐਜ਼ ਵੈਲ ਐਜ਼ ਡਿਸਟ੍ਰੀਬਿਊਸ਼ਨ। ਇਹ ਰੋਲ ਹੋਊਗਾ ਕਿ ਕਿੰਨਾ ਤੁਸੀਂ ਵੱਧ ਤੋਂ ਵੱਧ ਫਰਟੀਲਾਈਜ਼ਰ ਦਾ ਪ੍ਰਾਈਸ ਰੱਖ ਸਕਦੇ ਹੋ ਵੇਚਣ ਦਾ, ਤੇ ਕੰਟਰੋਲ ਕਰਨਾ ਉਹਦੀ ਕੁਆਲਿਟੀ ਨੂੰ ਤੇ ਡਿਸਟ੍ਰੀਬਿਊਸ਼ਨ ਨੂੰ। ਇਹ ਨਹੀਂ ਹੈਗਾ ਕਿ ਅੰਨੇਵਾਹ ਬਣਾ ਕੇ ਸਿੱਟੀ ਜਾਣਾ ਤੇ ਉਵੇਂ ਕਿਸਾਨ ਵੀ ਆਪਦੀ ਜ਼ਮੀਨ ਦੇ ਵਿੱਚ ਅੰਨੇਵਾਹ ਸੁੱਟੀ ਜਾਣ। ਕੀ ਹਾਲਾਤ ਹੋ ਗਏ ਅੱਜ ਦੀ ਡੇਟ 'ਚ, ਫਰਟੀਲਾਈਜ਼ਰ ਸਭ ਤੋਂ ਵੱਧ ਜ਼ਿੰਮੇਵਾਰ ਨੇ ਨਾ ਉਸ ਚੀਜ਼ ਦੇ ਲਈ। ਹਰ ਚੀਜ਼ ਦੂਸ਼ਿਤ ਹੋਈ ਜਾ ਰਹੀ ਹੈ, ਤਾਂ ਉਹਦੇ ਲਈ ਹੀ ਇਹ ਲਿਆਂਦਾ ਕਾਨੂੰਨ। ਪਰ ਇੱਥੇ ਅਸੀਂ ਫਸ ਐਵੇਂ ਸਕਦੇ ਹਾਂ ਕਿ ਡਰਾਫਟ ਇੰਟੀਗ੍ਰੇਟਿਡ ਪਲਾਂਟ ਨਿਊਟ੍ਰੀਸ਼ਨ ਮੈਨੇਜਮੈਂਟ ਬਿੱਲ ਲਿਆਂਦਾ ਗਿਆ। ਇਹ ਬਿੱਲ ਹੈਗਾ ਫਰਟੀਲਾਈਜ਼ਰਸ ਦੇ ਲਈ, ਪਰ ਫਰਟੀਲਾਈਜ਼ਰ ਨੂੰ ਦੇਖ ਕੇ ਕਈਆਂ ਦਾ ਦਿਮਾਗ ਸਿੱਧਾ ਐਗਰੀਕਲਚਰ ਮਿਨਿਸਟਰੀ ਤੇ ਹਿੱਟ ਕਰੂਗਾ। ਪਰ ਫਰਟੀਲਾਈਜ਼ਰ ਐਗਰੀਕਲਚਰ ਮਿਨਿਸਟਰੀ ਨਹੀਂ ਬਣਾਉਂਦੀ ਹੈਗੀ। ਉਹ ਮਿਨਿਸਟਰੀ ਕਿਹੜੀ ਬਣਾਉਂਦੀ ਹੈ? ਕੈਮੀਕਲਸ ਤੇ ਫਰਟੀਲਾਈਜ਼ਰਸ ਵਾਲੀ। ਕੋਈ ਕੈਮੀਕਲ ਜਿੰਨੀਆਂ ਦਵਾਈਆਂ ਵਾਲਾ ਕੰਮ, ਕੋਈ ਵੀ ਤਾਂ ਇੱਕ ਤਰ੍ਹਾਂ ਦੀ ਦਵਾਈ ਹੋਈ ਹੈ, ਕੀ ਉਹਦੇ ਵਿੱਚ ਐਸਿਡ ਉਸਡ ਜਾਂ ਉਹਨਾਂ ਚੀਜ਼ਾਂ ਨੂੰ ਮਿਲਾ ਕੇ ਤਾਂ ਬਣਦਾ ਪੂਰੇ ਦਾ ਪੂਰਾ, ਜਾਂ ਨਾਈਟ੍ਰੋਜੀਨੀਅਸ ਹੋਊਗਾ, NPK 3 ਹੁੰਦੇ ਨੇ, ਜਾਂ ਪੋਟਾਸ਼ੀਅਮ ਹੋਊਗਾ, ਜਾਂ ਫਾਸਫੋਰਸ ਬੇਸਡ ਕੋਈ ਫਰਟੀਲਾਈਜ਼ਰ ਹੋਊਗਾ। ਤਾਂ ਦਵਾਈਆਂ ਵੀ ਤਾਂ ਇਹੀ ਬਣਦੀਆਂ ਨੇ, ਦਵਾਈਆਂ 'ਚ ਵੀ ਤਾਂ ਇਹੀ ਕੈਮੀਕਲ ਜੋੜ ਕੇ ਬਣਾਉਂਦੇ ਨੇ। ਤਾਂ ਉਹਦੇ ਨਾਲ ਲਿੰਕਡ ਹੈ ਇਹ, ਉਹਦੇ ਨਾਲ ਲਿੰਕਡ ਨਹੀਂ ਹੈਗੀ। ਗੱਲ ਨੂੰ ਸਮਝ ਲਿਓ ਧਿਆਨ ਨਾਲ। ਕਿਹੜੀ ਯੂਨੀਅਨ ਮਿਨਿਸਟਰੀ ਹੈ ਜਿਹਨੇ ਆਰਗੇਨਾਈਜ਼ ਕੀਤਾ ਗਲੋਬਲ ਸਮਿਟ ਔਨ ਰੀਇਮੈਜਿਨ ਮਿਊਜ਼ੀਅਮਸ ਇਨ ਇੰਡੀਆ? ਮਿਊਜ਼ੀਅਮਸ ਨੂੰ ਦੁਬਾਰਾ ਰੀਇਮੈਜਿਨ, ਮਤਲਬ ਉਹਦੀ ਡਿਵੈਲਪਮੈਂਟ ਵਾਸਤੇ। ਮਿਊਜ਼ੀਅਮ ਨੂੰ ਕੀ ਨਹੀਂ ਲੋੜ ਪਊਗੀ? ਕਲਚਰ ਦੀ ਲੋੜ, ਕਿਉਂਕਿ ਕਲਚਰ ਹੀ ਦਿਖਾਉਂਦੇ ਨੇ ਮਿਊਜ਼ੀਅਮ ਸਾਡਾ, ਤਾਂ ਕਲਚਰ ਮਿਨਿਸਟਰੀ ਹੀ ਇਹ ਕੰਮ ਕਰੂਗੀ, ਹੋਰ ਕੌਣ ਕੰਮ ਕਰੇਗਾ? ਇਹ ਵੀ ਉਹੀ ਜਿਹੜਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਆ ਉਹਦੇ ਤਹਿਤ ਹੀ ਇਹ ਕਰਿਆ ਗਿਆ। ਇਹ ਮਤਲਬ ਪਰਟੀਕੂਲਰ ਸਕੀਮ ਲਿਆਂਦੀ ਗਈ ਹੈ ਇਹਨੂੰ ਲੈ ਕੇ ਕਿ ਦੁਬਾਰਾ ਉਹਨਾਂ ਦੇ ਵਿੱਚ ਜਿੱਥੇ ਕੰਮ ਹੋਣ ਵਾਲਾ ਪੈਸੇ ਦੀ ਲੋੜ ਆ, ਪੈਸਾ ਲਾ ਕੇ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ, ਕਿਉਂਕਿ ਉਹ ਸਾਡੇ ਕਲਚਰ ਨੂੰ ਦਿਖਾਉਂਦੇ ਨੇ। ਕ੍ਰਿਮਜ਼ਨ ਰੋਜ਼ ਹੁਣੇ ਨਿਊਜ਼ 'ਚ ਸੀ, ਕਾਹਦੀ ਸਪੀਸ਼ੀਜ਼ ਹੈ? ਕ੍ਰਿਮਜ਼ਨ ਰੋਜ਼ ਨਾਮ ਹੈ, ਧਿਆਨ 'ਚ ਰੱਖਿਓ। ਇਹ ਇੱਕ ਤਿਤਲੀ ਦੀ ਸਪੀਸ਼ੀਜ਼ ਆ, ਤਿਤਲੀ ਦਾ ਨਾਮ ਹੈ। ਬੇਸਿਕਲੀ ਬਲੈਕ, ਵਾਈਟ ਤੇ ਕ੍ਰਿਮਜ਼ਨ ਜੇ ਕਲਰ ਦੀ ਹੈਗੀ ਹੈ ਇਹ, ਠੀਕ ਹੈ। ਉਹ ਤੋਂ ਅਸੀਂ ਕੁਝ ਨਹੀਂ ਲੈਣਾ ਕਿਵੇਂ ਦੀ ਹੈ ਕਿਵੇਂ ਨਹੀਂ। ਕਿੱਥੇ ਲੱਭੀ ਹੈ? ਤਾਮਿਲਨਾਡੂ 'ਚ ਮਿਲੀ ਹੈ। ਵੈਸੇ ਵੀ ਜੇ ਤੁੱਕਾ ਵੀ ਮਾਰਨਾ ਹੋਵੇ ਨਾ, ਤਿਤਲੀਆਂ ਕਿੱਥੇ ਮਿਲਦੀਆਂ ਨੇ? ਤਾਮਿਲਨਾਡੂ 'ਚ ਹੀ ਮਿਲਦੀਆਂ ਨੇ ਮੈਕਸਿਮਮ ਤਿਤਲੀਆਂ। ਜੇ ਆਪਾਂ ਦੇਖੀਏ, ਜੇ ਤੁਸੀਂ ਪੁਰਾਣੇ ਕੁਝ ਕਰੰਟ ਅਫੇਅਰਸ ਦੇਖ ਰਹੇ ਹੋਵੋਗੇ ਤਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਬਟਰਫਲਾਈਜ਼ ਉੱਥੇ ਹੀ ਮਿਲਦੀਆਂ ਨੇ। ਕ੍ਰਿਮਜ਼ਨ ਰੋਜ਼ ਨਿਊਜ਼ 'ਚ ਸੀ, ਕਿਹੜੀ ਸਪੀਸ਼ੀਜ਼ ਆ? ਬਟਰਫਲਾਈ ਦੀ ਸਪੀਸ਼ੀਜ਼ ਆ। ਲਓ ਜੀ ਅਗਲੇ ਸਵਾਲ ਤੇ ਚੱਲਦੇ ਹਾਂ। ਵਿਚ ਇਜ਼ ਦਾ ਵੈਨਿਊ ਆਫ ਡਿਫੈਂਸ ਐਕਸਪੋ 2022 ਐਗਜ਼ੀਬਿਸ਼ਨ? डिफेंस एक्सपो 2022 डिफेंस एग्जीबिशन का वैन्यू किहड़ा? देखो डिफेंस एक्सपो जिथे असी डिफेंस के अपने सारे औजारां नूं जां नवीं डेवलपमेंट्स नूं एग्जीबिशन ते लाउने आ। जिवें एग्जीबिशनां आम हुंदियां ने है ना, शहरां दे विच तुहाडे आम लोकल शहरां 'च भी तां एग्जीबिशनां लगदियां ने। डिफेंस की एग्जीबिशन भी हर साल लगदी है, जिहड़ी साडा डिफेंस मिनिस्ट्री है उहदे द्वारा कराई जाती है। तो इस बार गुजरात के गांधी नगर के डिफेंस एक्सपो होया। वैन्यू नूं याद रखिया जा सकदा, इंपॉर्टेंट है। लो जी अगे आ जाओ। अज का अपना आखिरी सवाल, 2022 एज ऑफ विच इज़ द लॉन्गेस्ट टनल ऑफ इंडियन रेलवेज? हुण तक की सब तो लॉन्गेस्ट टनल हैगी है पीर पंजल, जिहड़ी कि जम्मू एंड कश्मीर दे विच है। पर
ਥੋੜੇ ਟਾਈਮ ਬਾਅਦ ਇਹ ਸਭ ਤੋਂ ਵੱਡੀ ਨਹੀਂ ਰਹੂਗੀ, ਸਭ ਤੋਂ ਵੱਡੀ ਬਣ ਜੂਗੀ T49। T49 ਦੀ ਲੈਂਥ ਹੈਗੀ ਆ 12.7 ਕਿਲੋਮੀਟਰ ਲਗਭਗ, ਸਭ ਤੋਂ ਲੌਂਗੈਸਟ ਟਨਲ ਹੈ, ਪਰ ਹਜੇ ਕੰਪਲੀਟ ਨਹੀਂ ਹੋਈ। ਜਦੋਂ ਕੰਪਲੀਟ ਹੋਈ ਉਦੋਂ ਇਹ ਜਿਹੜੀ ਆ ਪੀਰ ਪੰਜਲ ਟਨਲ ਆ ਜਿਹਦੀ ਹੁਣ ਲੈਂਥ ਹੈਗੀ ਆ 11.2 ਕਿਲੋਮੀਟਰ, ਇਹਨੂੰ ਕੱਟ ਜੂਗੀ। ਹੁਣ ਤੁਹਾਡੇ ਤੋਂ ਜੇ ਪੁੱਛਿਆ ਜਾਵੇ ਕਿ ਇਹ ਕਿੱਥੇ ਬਣ ਰਹੀ ਹੈ ਜੀ, ਇਹ ਵੀ ਜੰਮੂ ਕਸ਼ਮੀਰ 'ਚ ਹੀ ਬਣ ਰਹੀ ਹੈ। ਇਹ ਜੰਮੂ ਕਸ਼ਮੀਰ ਦੇ ਕਿਹੜੇ ਇਲਾਕਿਆਂ ਨੂੰ ਜੋੜਦੀ ਹੈ, ਵੈਸੇ ਇੰਨਾ ਦੇਖ ਲਓ, ਫਿਰ ਵੀ ਬੜਾ ਹੀ ਲੋੜ ਤਾਂ ਹੈ ਨਹੀਂ। ਉਧਮਪੁਰ ਦਾ ਇਲਾਕਾ, ਠੀਕ ਹੈ, ਇਸ ਲਿੰਕ ਰੋਡ ਨੂੰ ਉਧਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦੇ ਤਹਿਤ ਇਹਨੂੰ ਬਣਾਇਆ ਜਾ ਰਿਹਾ। ਇਹ ਜੋੜੂਗੀ ਸੰਬੇਰ ਤੇ ਅਰਪਿਨਚਾਲਾ ਸਟੇਸ਼ਨ ਨੂੰ। ਆਹ ਸਟੇਸ਼ਨ ਨੂੰ ਇੱਕ ਵਾਰ ਦੇਖ ਸਕਦੇ ਹੋ, ਸੰਬੇਰ ਤੇ ਅਰਪਿਨਚਾਲਾ ਸਟੇਸ਼ਨ ਕਿਹੜੇ ਪ੍ਰੋਜੈਕਟ ਦੇ ਤਹਿਤ, ਠੀਕ ਹੈ, ਜਿਹੜਾ ਕਟੜਾ ਵਾਲਾ ਇਲਾਕਾ ਉੱਥੇ ਉਧਮਪੁਰ ਸ਼੍ਰੀਨਗਰ ਬਰਮੁੱਲਾ, ਇਹ ਤਿੰਨਾਂ ਨੂੰ ਜੋੜਨ ਵਾਲਾ ਜਿਹੜਾ ਲਿੰਕ ਪ੍ਰੋਜੈਕਟ ਹੈ ਉਹਦੇ ਵਿੱਚ ਹੀ ਵਿਚਾਲੇ ਕਿਤੇ T49 ਨਾਮ ਦੀ ਬਣਾਈ ਜਾ ਰਹੀ ਹੈ ਸਾਡੇ ਕੋਲੇ ਟਨਲ। ਉਮੀਦ ਕਰਦਾ ਕਿ ਤੁਹਾਡੇ ਲਈ ਫਰੂਟਫੁਲ ਰਿਹਾ ਹੋਊਗਾ ਇਹ ਸੈਸ਼ਨ, ਤੇ ਕਰੰਟ ਅਫੇਅਰਸ ਦੀ ਸੀਰੀਜ਼ ਆਪਣੀ ਇਸੇ ਤਰ੍ਹਾਂ ਕੰਟੀਨਿਊ ਰਹੂਗੀ। ਪਰ ਥੋੜਾ ਜਿਹਾ ਪੋਰਸ਼ਨ ਫਰਵਰੀ ਦਾ ਰਹਿੰਦਾ, ਫਿਰ ਮਾਰਚ ਸੋ ਔਨ ਆਪਾਂ ਸਾਰੇ ਕਰੰਟ ਅਫੇਅਰਸ ਡਿਟੇਲਡ ਵੇ 'ਚ ਇਸੇ ਤਰੀਕੇ ਨਾਲ ਹੀ ਕਵਰ ਕਰ ਲਾਂਗੇ, ਕਿਉਂਕਿ PPSC ਵੀ ਯੂਜ਼ਲੀ ਦੇਖਿਆ ਗਿਆ ਹੈ ਕਿ ਹੁਣ ਕਰੰਟ ਅਫੇਅਰ ਜਿਹੜੇ ਉਹ ਪੁੱਛ ਰਹੇ ਆ, ਮੈਕਸਿਮਮ ਕਰੰਟ ਅਫੇਅਰ ਵਨ ਲਾਈਨਰ ਹੀ ਪੁੱਛ ਰਹੇ ਆ, ਠੀਕ ਹੈ। ਤਾਂ ਇਹ ਇਕੱਲਾ PSSB ਜਾਂ ਹੋਰ ਪੇਪਰਾਂ ਲਈ PPSC ਲਈ ਵੀ ਬਹੁਤ ਇੰਪੋਰਟੈਂਟ ਹੈ, ਖਾਸ ਕਰਕੇ ਜਿਹੜੇ PPSC ਦੇ ਟੈਕਨੀਕਲ ਪੇਪਰ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ ਮੈਂ ਕਹੂੰਗਾ ਕਿ ਕੋਰ ਨਾਨ ਟੈਕਨੀਕਲ ਨਹੀਂ ਹੈਗੇ। ਜਿਵੇਂ ਤੁਸੀਂ ਟੈਕਨੀਕਲ ਜੇ ਆਉਣ ਵਾਲਾ ਆਪਾਂ ਗੱਲ ਕਰ ਲਈਏ, ਪ੍ਰਿੰਸੀਪਲ ਦਾ ਪੇਪਰ ਹੈ ਜਾਂ ਫਿਰ ਕੋਈ ਹੋਰ ਪਿੱਛੇ ਦੇ JEE ਦੇ ਪੇਪਰ ਲਏ ਨੇ, ਹੋਰ ਲਏ ਨੇ, ਉਹਨਾਂ 'ਚ ਤਾਂ ਬਿਲਕੁਲ ਹੀ ਐਜ਼ ਇਟ ਇਜ਼ ਕੁਐਸਚਨ ਆ ਰਹੇ ਨੇ। ਪਰ ਜੇ ਤੁਸੀਂ ਚੱਕ ਕੇ ਨਾਇਬ ਤਹਿਸੀਲਦਾਰ ਦਾ ਪੇਪਰ ਵੀ ਦੇਖੋਗੇ, ਉਹਦੇ ਵਿੱਚ ਵੀ ਤੁਹਾਨੂੰ ਐਵੇਂ ਦੇ ਵਨ ਲਾਈਨਰ ਕੁਐਸਚਨ, ਜੇ 24-25 ਸਵਾਲ ਸੀ ਤਾਂ ਉਹਦੇ ਵਿੱਚੋਂ ਘੱਟੋ ਘੱਟ 14-15 ਸਵਾਲ ਐਂ ਵਨ ਲਾਈਨਰ ਸੀਗੇ। ਤਾਂ ਇਹਨਾਂ ਨੂੰ ਨਜ਼ਰਅੰਦਾਜ਼ ਬਿਲਕੁਲ ਨਹੀਂ ਕੀਤਾ ਜਾ ਸਕਦਾ ਇਹ ਦੇਖ ਕੇ ਕਿ PPSC ਵੱਡੇ ਕੁਐਸਚਨ ਪਾਉਂਦੀ ਹੈ ਜਾਂ ਹੋਰ। PSSB ਤਾਂ ਬਿਲਕੁਲ ਹੀ ਇਸੇ ਪੈਟਰਨ ਤੇ ਖੜੀ ਹੈ। ਤਾਂ PPSC ਦੇ ਵੀ ਮੋਰ ਦੈਨ 60-70% ਕੁਐਸਚਨ ਇੱਥੋਂ ਹੀ ਕਵਰ ਹੋਣਗੇ। ਤੇ ਅੱਜ ਦੇ ਲੈਕਚਰ 'ਚ ਇੰਨਾ ਹੀ ਹੈ। ਤੁਸੀਂ ਪੇਸ਼ੈਂਸ ਦੇ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਵਾਚਿੰਗ।